तुद आगे अरदास हमारी, जियो पिंड सब तेरा। कहो नानक सब तेरी वड्याई, कोई नाम न जाने मेरा। कहो नानक सब तेरी वड्याई, कोई नाम न जाने मेरा। फतेह प्रवान करनी। वाहिगुरु जी का खालसा, वाहिगुरु जी की फतेह। चल रही निरंकार मेहरबान ਦੀ ਕਿਰਪਾ ਦੇ ਨਾਲ ਸੇਵਾ ਗੁਰੂ ਕੀ ਸੰਗਤ ਦੀ। ਆਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਜੋ ਅਗਾਂਹ ਗਿਆਨ ਦਿੰਦੇ ਨੇ ਉਹ ਹੈ ਵੀ ਇਹ ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਕਿੰਨੀ ਤਾਕਤ ਹੈ। ਪਿਛਲੀ ਵਾਰ ਜੋ ਆਪ ਜੀ ਨਾਲ ਬਚਨ ਸਾਂਝੇ ਕੀਤੇ ਸਨ ਉਹਦੇ ਵਿੱਚ ਵੀ ਸਤਿਗੁਰ ਦੀ ਇਹ ਵਡਿਆਈ ਸੀ ਜੋ ਸਾਖੀ ਆਪ ਜੀ ਦੇ ਨਾਲ ਸਾਂਝੀ ਕੀਤੀ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਇਸ ਸੰਸਾਰ ਦੇ ਜੀਵ ਹਰ ਕੋਈ ਕੁਝ ਰੋਗਾਂ ਦੇ ਵਿੱਚ ਗ੍ਰਸਿਆ ਹੋਇਆ ਹੈ। ਉਹ ਰੋਗਾਂ ਦੀ ਨਿਵਰਤੀ ਕਿੱਦਾਂ ਹੋਣੀ, ਉਹਨਾਂ ਰੋਗਾਂ ਤੋਂ ਛੁਟਕਾਰਾ ਕਿਸ ਤਰ੍ਹਾਂ ਹੋਣਾ ਹੈ, ਔਰ ਛੁਟਕਾਰਾ ਕਰਨ ਵਾਲਾ ਕੌਣ ਹੈ। ਆਓ ਕਰੋ ਸੇਵਾ, ਕਰੋ ਪ੍ਰਵਾਨ ਸਾਡੀ। ਗੌੜੀ ਮਹੱਲਾ ਪੰਜਵਾਂ। ਕਲ ਕਲੇਸ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ। ਨਿਰੰਕਾਰ ਕਹਿੰਦੇ ਨੇ ਜਿਹੜੇ ਕਲ ਕਲੇਸ ਇਹ ਹੁੰਦੇ ਵੈਸੇ ਮਾਨਸਿਕ ਰੋਗ ਜਿਹੜੇ ਮਨ ਨੂੰ ਲੱਗੇ ਹੁੰਦੇ ਨੇ। ਮੱਲੋ ਮੱਲੀ ਕਿਸੇ ਵਿਫਤਾ ਕਿਸੇ ਕੰਮ ਨੂੰ ਸੋਚ ਸੋਚ ਕੇ ਬਸ ਡਰੀ ਜਾਣਾ, ਘਬਰਾਈ ਜਾਣਾ, ਔਰ ਅਨੇਕਾਂ ਤਰ੍ਹਾਂ ਦੇ ਮਨ ਦੇ ਵਿੱਚ ਉਤਰਾਅ ਚੜ੍ਹਾਅ ਆਈ ਜਾਣੇ। ਕਿਸੇ ਬਾਰੇ ਮਾੜਾ ਸੋਚੀ ਜਾਣਾ, ਈਰਖਾ ਕਰੀ ਜਾਣੀ, ਨਿੰਦਿਆ ਕਰਨੀ। ਇਹ ਸਾਰੇ ਜਿਹੜੇ ਇਹ ਮਾਨਸਿਕ ਰੋਗ ਹੁੰਦੇ ਨੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਪਹਿਚਾਣ ਲਿਆ, ਜਿਹੜੇ ਸ਼ਬਦ ਨਾਲ ਜੁੜ ਗਏ, ਉਹਨਾਂ ਦੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹ ਸਾਰੇ ਕਲ ਕਲੇਸ਼ ਖਤਮ ਕਰ ਦਿੰਦੇ ਨੇ। ਆਵਣ ਜਾਣ ਰਹੇ ਸੁਖ ਸਾਰੇ। ਆ ਕਹਿੰਦੇ ਨੇ ਵੀ ਇਹ ਜੋ ਸੰਸਾਰ ਦੇ ਉੱਤੇ ਆਉਣੇ ਜਾਣਾ, ਇਹ ਭਟਕਣਾ ਤਾਂ ਇੱਕ ਗੁਰੂ ਜੀ ਖਤਮ ਕਰ ਦਿੰਦੇ ਨੇ, ਔਰ ਜਿਹੜਾ ਨਾਮ ਦੇ ਨਾਲ ਜੁੜ ਗਿਆ ਭਾਈ ਉਹਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਪੈ ਬਿਨ ਸੇ ਨਿਰਭਉ ਹਰਿ ਧਿਆਇਆ, ਸਾਧ ਸੰਗ ਹਰਿ ਕੇ ਗੁਣ ਗਾਇਆ। ਇੱਥੇ ਜੋ ਜਮਾਂ ਦਾ ਡਰ ਸੀ, ਮੌਤ ਦਾ ਡਰ, ਕਾਲ ਦਾ ਡਰ ਜਿਹੜਾ ਸੀ, ਉਹ ਨਿਰੰਕਾਰ ਸੱਚੇ ਪਾਤਸ਼ਾਹ ਨਿਰਭਉ ਜਿਹਦਾ ਕਿਸੇ ਦੇ ਨਾਲ ਵੈਰ ਨਹੀਂ ਔਰ ਕਿਸੇ ਤੋਂ ਉਹ ਡਰਦਾ ਵੀ ਨਹੀਂ ਹੈ, ਔਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਿਸ ਦੀ ਮੈਂ ਆਰਾਧਨਾ ਕੀਤੀ, ਜਿਹਦਾ ਮੈਂ ਨਾਮ ਜਪ ਰਿਹਾ ਹਾਂ, ਇਹ ਮੇਰੇ ਸਾਰੇ ਜਿਹੜੇ ਭੈ ਨੇ ਇਹ ਮੇਰੇ ਕੋਲੋਂ ਦੂਰ ਹੋ ਗਏ, ਸਾਰੇ ਡਰ ਮੇਰੇ ਕੋਲੋਂ ਦੂਰ ਹੋ ਗਏ। ਸਾਧ ਸੰਗ ਹਰ ਕੇ ਗੁਣ ਗਾਇਆ। ਜਦੋਂ ਮੈਂ ਸਤ ਸੰਗਤ ਦੇ ਵਿੱਚ ਬੈਠ ਕੇ ਉਹ ਪ੍ਰੀਤਮ ਵਾਹਿਗੁਰੂ ਦੀ ਉਸਤਤ ਵਡਿਆਈ ਕੀਤੀ। ਰਹਾਉ ਚਰਨ ਕਵਲ ਰਿਦੇ ਅੰਤਰ ਤਾਰੇ, ਅਗਨ ਸਾਗਰ ਗੁਰ ਪਾਰ ਉਤਾਰੇ। ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦਾ ਮੈਂ ਅੰਤਰ ਹਿਰਦੇ ਦੇ ਵਿੱਚ ਉਹਨਾਂ ਨੂੰ ਟਿਕਾ ਲਿਆ। ਸਤਿਗੁਰ ਦੇ ਸ਼ਬਦ ਨੂੰ ਮੈਂ ਹਿਰਦੇ ਵਿੱਚ ਟਿਕਾ ਲਿਆ। ਮੈਂ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਮਨ ਨੂੰ ਜੋੜ ਲਿਆ, ਟਿਕਾ ਦੇ ਵਿੱਚ ਲੈ ਆਂਦਾ, ਔਰ ਨਿਰੰਕਾਰ ਸੱਚੇ ਪਾਤਸ਼ਾਹ ਦੇ ਉਹ ਸ਼ਬਦ ਦੀ ਕਿਰਪਾ ਦੇ ਨਾਲ ਉਸਨੇ ਮੇਰੇ ਉੱਤੇ ਐਡੀ ਰਹਿਮਤ ਕੀਤੀ, ਮੇਰੇ ਪ੍ਰੀਤਮ ਨੇ। ਇਹ ਜਿਹੜਾ ਅਗਨੀ ਸਾਗਰ ਹੈ ਇਸ ਤੋਂ ਮੈਨੂੰ ਪਾਰ ਉਤਾਰ ਦੇਣਾ ਕੀਤਾ ਹੈ। ਬੂਢਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਂਡੇ। ਬੂਢਤ ਜਾਤ ਜਨਮ ਜਨਮੰਤਰਾਂ ਤੋਂ ਜਿਹੜਾ ਕਿ ਸਤਿਗੁਰ ਦੇ ਮਿਲਾਪ ਤੋਂ ਟੁੱਟੇ ਹੋਏ ਨੇ। ਨਿਰੰਕਾਰ ਕਹਿੰਦੇ ਨੇ ਵੀ ਜਦੋਂ ਦਾ ਮੈਂ ਹਿਰਦੇ ਦੇ ਵਿੱਚ ਪ੍ਰੀਤਮ ਵਾਹਿਗੁਰੂ ਦਾ ਧਿਆਨ ਧਾਰਿਆ, ਉਦੋਂ ਦਾ ਮੈਂ ਜਦੋਂ ਦਾ ਧਿਆਨ ਧਾਰਿਆ, ਇਹ ਅਗਨ ਸਾਗਰ ਤੋਂ ਮੈਨੂੰ ਪਾਰ ਕਰ ਦਿੱਤਾ ਸਤਿਗੁਰਾਂ ਨੇ। ਫਿਰ ਕਹਿੰਦੇ ਜਿਹੜੇ ਕਿ ਨਰਕ ਨੇ, ਨਰਕਾਂ ਵਿੱਚ ਜਿਹੜਾ ਸੰਸਾਰ ਸਮੁੰਦਰ ਵਿੱਚ ਅਸੀਂ ਡੁੱਬਦੇ ਜਾਂਦੇ ਹਾਂ, ਇਹ ਵੀ ਨਰਕ ਹਨ ਭਾਈ। ਪੂਰੇ ਗੁਰੂ ਨੇ ਸਾਡੀ ਬਾਂਹ ਪਕੜੇ ਸਾਨੂੰ ਕੱਢ ਲਿਆ
ਜਨਮ ਜਨਮ ਕੇ ਟੂਟੇ ਗਾਢੇ, ਜਿਹੜੇ ਅਸੀਂ ਅਨੇਕਾਂ ਜਨਮ ਜਨਮੰਤਰਾਂ ਤੋਂ ਉਹ ਪ੍ਰੀਤਮ ਵਾਹਿਗੁਰੂ ਦੇ ਕੋਲੋਂ ਟੁੱਟੇ ਸਾਂ, ਸਤਿਗੁਰ ਦੇ ਨਾਮ ਨੇ ਸਾਨੂੰ ਉਹਨਾਂ ਦੇ ਨਾਲ ਜੋੜ ਦਿੱਤਾ, ਵਾਹਿਗੁਰੂ ਦੇ ਨਾਲ ਜੋੜ ਦਿੱਤਾ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਪਈ ਹਮਾਰੀ। ਨਿਰੰਕਾਰ ਜੀ ਕਹਿੰਦੇ ਨੇ ਇਸ ਸੰਸਾਰ ਦੇ ਜੀਵੋ ਉਸ ਵਾਹਿਗੁਰੂ ਤੋਂ ਬਲਿਹਾਰੇ ਜਾਓ, ਕੁਰਬਾਨ ਜਾਓ ਆਪਣੇ ਗੁਰੂ ਦੇ ਕੋਲੋਂ। ਜੇ ਇਸ ਦੀ ਆਰਾਧਨਾ ਕਰਨ ਦੇ ਨਾਲ ਇਹ ਸੰਸਾਰ ਦੇ ਉੱਤੇ ਸਾਨੂੰ ਮੁਕਤੀ ਪ੍ਰਾਪਤ ਹੋ ਗਈ। ਗੌੜੀ ਮਹਲਾ ਪੰਜਵਾਂ, ਸਾਧ ਸੰਗਤਾ ਕੀ ਸਰਨੀ ਪਰੋ, ਮਨ ਤਨ ਆਪਣਾ ਆਗੈ ਤਰੋ। ਇਸ ਸੰਸਾਰ ਦੇ ਜੀਵੋ ਸੱਚਿਆਂ ਦੀ, ਸੰਤਾਂ ਦੀ, ਮਹਾਪੁਰਸ਼ਾਂ ਦੀ, ਸਤਿਗੁਰ ਵੱਲੋਂ ਬਖਸ਼ਿਆਂ ਨੂੰ ਟੋਲ ਕੇ ਉਹਨਾਂ ਦੀ ਸ਼ਰਨ ਦੇ ਵਿੱਚ ਪੈ ਜਾਓ, ਉਹਨਾਂ ਦੀ ਸੰਗਤ ਦੇ ਵਿੱਚ ਆ ਜਾਵੋ, ਤੇ ਜਿਹੜਾ ਮਨ ਤਨ ਹੈ ਤੇ ਉਸ ਨੂੰ ਉਹਨਾਂ ਦੇ ਅੱਗੇ ਰੱਖ ਦੇਵੋ, ਸੇਵਾ ਕਰੋ ਉਹਨਾਂ ਦੀ। ਮਨ ਤਨ ਤੋਂ ਜਿੱਥੇ ਦੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਉਂਦੇ ਨੇ ਕਿ ਉੱਥੇ ਜਾ ਕੇ ਕਿਸੇ ਭਰਮ ਦੇ ਵਿੱਚ ਨਹੀਂ ਫਸ ਜਾਣਾ। ਇਹ ਸਾਧੂ ਲੋਕ ਕਿੱਦਾਂ ਦੀਆਂ ਗੱਲਾਂ ਕਰਦੇ ਨੇ, ਸੇਵਾ ਕਰਾਉਂਦੇ ਨੇ ਲੋਕਾਂ। ਕਈ ਲੋਕ ਹੁੰਦੇ ਨੇ ਜਿਹੜੇ ਬਹੁਤ ਪ੍ਰੇਮ ਭਾਵਨਾ ਦੇ ਵਿੱਚ ਆਣ ਕੇ ਮਹਾਂਪੁਰਸ਼ਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰ ਦਿੰਦੇ ਨੇ, ਅਸੀਂ ਉਹਨਾਂ ਦੇ ਉੱਤੇ ਸ਼ੰਕਾ ਕਰਨ ਲੱਗ ਪੈਂਦੇ ਹਾਂ। ਕਹਿੰਦੇ ਉੱਥੇ ਜਾ ਕੇ ਕਿਸੇ ਸ਼ੰਕਾ ਦੇ ਵਿੱਚ ਨਾ ਫਸ ਜਾਇਓ, ਇਹ ਸ਼ੰਕਾ ਨੂੰ ਨਿਵਰਤ ਕਰ ਦਿਓ। ਤੇ ਫਿਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸ਼ੰਕਾ ਸਾਰੀਆਂ ਨਿਵਰਤ ਕਰਕੇ ਆਪਣੇ ਆਪ ਨੂੰ ਉਹਨਾਂ ਦੀ ਸੇਵਾ ਦੇ ਵਿੱਚ ਲਾ ਦੇਵੋ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਪਤ 부ਝਾਈ। ਇਹਨਾਂ ਬਖਸ਼ਿਆਂ ਦੇ ਗੁਰਮੁਖ ਪਿਆਰਿਆਂ ਦੀ ਕਿਰਪਾ ਦੇ ਨਾਲ, ਸੰਤ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਉਹ ਨਾਮ, ਅੰਮ੍ਰਿਤ ਨਾਮ, ਸਦਾ ਰਹਿਣ ਵਾਲਾ ਅੰਮ੍ਰਿਤ, ਉਸ ਨੂੰ ਜਪੋ, ਉਸ ਦੀਆਂ ਵਿਧੀਆਂ ਸਿੱਖੋ, ਉਸ ਨੂੰ ਕਿਹੜੇ ਰੂਪ ਦੇ ਵਿੱਚ ਬੈਠ ਕੇ ਆਸਣ ਸਿੱਖੋ ਉਹਨਾਂ ਦੇ ਕੋਲੋਂ। ਤਾਂ ਫਿਰ ਕਹਿੰਦੇ ਤਾਂ ਉਹ ਨਾਮ ਦੇ ਵਿੱਚੋਂ ਜਿਹੜਾ ਅੰਮ੍ਰਿਤ ਪ੍ਰਗਟ ਹੋਏਗਾ ਉਸ ਨੂੰ ਨਿਤਾ ਪ੍ਰਤੀ ਪੀਵੋ ਰੋਜ਼ ਭਾਈ, ਔਰ ਸਿਮਰ ਸਿਮਰ ਸਭ ਤਪਤ ਮਿਟਾਈ। ਇੱਥੇ ਸਿਮਰਨ ਕਰਦਿਆਂ ਤੇ 2 ਵਾਰ ਸਿਮਰ ਆਉਂਦਾ। ਉਸ ਅਕਾਲ ਪੁਰਖ ਨੂੰ ਸਿਮਰਦਿਆਂ ਉਹਦੇ ਪ੍ਰੀਤਮ ਦੇ ਨਾਮ ਨੂੰ ਕਹਿੰਦੇ ਸਾਰੀਆਂ ਤਪਸ਼ਾਂ ਜਿਹੜੀਆਂ ਅੰਦਰ ਦੀਆਂ ਨੇ, ਸਾਡੇ ਵਿਕਾਰ ਨੇ, ਉਹਨਾਂ ਨੂੰ ਖਤਮ ਕਰ ਦਿੰਦੇ ਨੇ ਨਿਰੰਕਾਰ ਸੱਚੇ ਪਾਤਸ਼ਾਹ ਜੀ। ਰਹਾਉ ਤਜ ਅਭਿਮਾਨ ਜਨਮ ਮਰਨ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ। ਸਤਿਗੁਰ ਇੱਥੇ ਗਿਆਨ ਦਿੰਦੇ ਨੇ, ਕਹਿੰਦੇ ਕਈ ਵਾਰ ਲੋਕਾਂ ਨੂੰ ਆਪਣੇ ਜੋਬਨ, ਆਪਣੀ ਜਵਾਨੀ ਦਾ ਮਾਣ ਹੋ ਜਾਂਦਾ। ਕਹਿੰਦੇ ਛੱਡ ਇਹ ਅਭਿਮਾਨ ਨੂੰ, ਛੱਡ ਦੇ ਇਹਨਾਂ ਨੂੰ, ਇਹ ਤਾਂ 4 ਦਿਨ ਦੀ ਪ੍ਰਾਹੁਣੀ ਆ, ਇਹ ਆਈ ਤੇ ਇਹਨੇ ਚਲੇ ਜਾਣਾ। ਕਹਿੰਦੇ ਇਸ ਤਰ੍ਹਾਂ ਦੇ ਜਿੰਨੇ ਵੀ ਅਭਿਮਾਨ ਨੇ, ਹੰਕਾਰ ਨੇ ਤੇਰੇ ਅੰਦਰ ਨੇ, ਉਹਨਾਂ ਨੂੰ ਛੱਡ ਕੇ ਆਪਣਾ ਜਨਮ ਤੇ ਮਰਨ ਕਟਾ ਲਾ, ਗੁਰੂ ਦੇ ਕੋਲੋਂ ਨਿਵਰਤ ਕਰਵਾ ਲਾ। ਹਰ ਕੇ ਦਾਸ ਕੇ ਚਰਨ ਨਮਸਕਾਰੋ। ਕਹਿੰਦੇ ਜੇ ਪ੍ਰੀਤਮ ਦੇ ਪਿਆਰੇ ਨੇ, ਉਹਨਾਂ ਦੇ ਚਰਨਾਂ ਦੇ ਉੱਤੇ ਜਾ ਕੇ ਮਸਤਕ ਦੇ ਉੱਤੇ ਸਿਰ ਆਪਣਾ ਰੱਖ ਦੇ, ਸਿਰ ਧਾਰੋ, ਨਿਮਰਤਾ ਦੇ ਵਿੱਚ ਆ ਜਾਵੋ। ਜੋ ਦਿਸੇ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੂ ਪਾਏ ਜਿਉ। ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਨੂੰ ਜਿਹੜੇ ਵੱਡੇ ਵਡੇਰੇ ਨੇ, ਜਿਹੜੇ ਨਿਰੰਕਾਰ ਨਾਲ ਜੁੜੇ ਹੋਣੇ, ਉਹਨਾਂ ਦੇ ਗੋਡੀ ਹੱਥ ਪੈਰੀ ਹੱਥ ਲਾਉਣ ਦਾ ਅਧਿਕਾਰ ਦਿੰਦੇ ਨੇ। ਗੁਰੂ ਜੀ ਗੁਰਬਾਣੀ ਦੇ ਵਿੱਚ ਜਿਹੜੀ ਚੀਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਰੂਪੀ ਸਾਨੂੰ ਦੇ ਦਿੱਤੀ, ਭਾਈ ਜੇ ਅਸੀਂ ਕਰਾਂਗੇ ਤਾਂ ਲੋਕਾਂ ਨੂੰ ਨਹੀਂ ਚੰਗਾ ਲੱਗਦਾ, ਨਹੀਂ ਲੱਗਦਾ ਤਾਂ ਨਾ ਅਸੀਂ ਕੋਈ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸਾਸ ਸਾਸ ਪ੍ਰਭ ਮਨੇ ਸਮਾਲੇ, ਸੋ ਤਨ ਸੰਚੋ ਜੋ ਚਾਲੈ ਨਾਲੇ। ਹਰ ਸਵਾਸ ਦੇ ਨਾਲ ਉਹ ਪ੍ਰਮਾਤਮਾ ਦੇ ਬੰਦਗੀ ਕਰੋ। ਜਿਹੜਾ ਮਹਾਰਾਜ ਨੇ ਕਈ ਵਾਰ ਆਪਾਂ ਕਹਿੰਦੇ ਵੀ ਊਠਤ ਬੈਠਤ ਸੋਵਤ ਨਾਮ, ਕਹਿੰਦੇ ਇਸ ਰੂਪ ਦੇ ਵਿੱਚ ਉਹ ਸਤਿਗੁਰ ਦੀ ਵਡਿਆਈ ਕਰੋ, ਉਹ ਧਨ ਇਕੱਠਾ ਕਰੋ ਜਿਹੜਾ ਅੰਤ ਨੂੰ ਪਰਲੋਕ ਦੇ ਵਿੱਚ ਵੀ ਤੁਹਾਡੇ ਨਾਲ ਜਾਣਾ ਹੈ। ਤਿਸੇ ਪ੍ਰਾਪਤ ਜਿਸ ਮਸਤਕ ਪਾਗ, ਕਹੋ ਨਾਨਕ ਤਾਕੀ ਚਰਣੀ ਲਾਗ। ਜਿਹਦੇ ਉੱਤੇ ਸਤਿਗੁਰ ਦੀ ਕਿਰਪਾ ਹੋ ਜਾਂਦੀ, ਵਡਭਾਗੀ ਉਹ ਬਣਦਾ ਹੈ ਭਾਈ। ਉਹ ਵਿਰਲਾ ਸੰਸਾਰ ਦੇ ਜਿਹਦੇ ਮਸਤਕ ਦੇ ਭਾਗ ਉਹ ਜਾਗਰ ਹੋ ਜਾਂਦੇ ਨੇ, ਉੱਚੇ ਸੁੱਚੇ ਬਣ ਜਾਂਦੇ ਨੇ, ਨਿਰਮਲ ਬਣ ਜਾਂਦੇ ਨੇ, ਜਿਹੜੇ ਕਿ ਉਹ ਵਾਹਿਗੁਰੂ ਪਰਮਾਤਮਾ ਨੂੰ, ਨਿਰੰਕਾਰ ਨੂੰ ਪ੍ਰਵਾਨ ਹੋ ਜਾਂਦੇ ਨੇ। ਸਤਿਗੁਰ ਕਹਿੰਦੇ ਨੇ ਜਿਨ੍ਹਾਂ ਦੇ ਫਿਰ ਹੋ ਗਏ, ਉਹਨਾਂ ਦੇ ਚਰਨਾਂ ਦੇ ਉੱਤੇ ਜਾ ਕੇ ਲੱਗ ਜਾ, ਉਹਨਾਂ ਦੀ ਸੰਗਤ ਦੇ ਵਿੱਚ ਜਾ ਕੇ ਬੈਠ ਜਾ। ਗੌੜੀ ਮਹੱਲਾ ਪੰਜਵਾਂ,
सूके हरे किए खिन माहे ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ। ਇਸ ਸ਼ਬਦ ਰਾਹੀਂ ਸਤਿਗੁਰ ਜੀ ਇਸ ਸੰਸਾਰ ਨੂੰ ਦੱਸ ਰਹੇ ਨੇ ਪ੍ਰਮਾਤਮਾ ਦੀ ਸਿਫਤ ਕਿੱਦਾਂ ਕਰਨੀ ਆ, ਉਸ ਦੇ ਮੋਹਰੇ ਕਿੱਦਾਂ ਨੀਵੇਂ ਹੋ ਕੇ ਆਉਣਾ, ਤੇ ਉਹ ਕਿਹੜੀਆਂ ਰਹਿਮਤਾਂ ਸਾਡੇ ਉੱਤੇ ਕਰਦਾ। ਕਹਿੰਦੇ ਸੂਕੇ ਹਰੇ ਕੀਏ ਖਿਨਮਾਹੇ, ਇਹ ਜਿਹੜਾ ਸੜਿਆ ਭੁੱਜਿਆ ਮਨ ਸੀ, ਵਿਕਾਰਾਂ ਦੇ ਵਿੱਚ ਫਸਿਆ ਹੋਇਆ, ਹੋਰ ਭੋਗਾਂ ਦੇ ਵਿੱਚ ਫਸਿਆ ਹੋਇਆ, ਚਿੰਤਾ ਦੇ ਰੋਗਾਂ ਦੇ ਵਿੱਚ ਫਸਿਆ ਹੋਇਆ, ਹਉਮੈ 'ਚ ਫਸਿਆ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸੜੇ ਭੁੱਜੇ ਮਨ ਨੂੰ ਨਾਮ ਦਾ ਅੰਮ੍ਰਿਤ ਦੇ ਕੇ ਇੱਕ ਦਿਨ ਹਰਿਆ ਭਰਿਆ ਕਰ ਦਿੱਤਾ, ਖੁਸ਼ ਕਰ ਦਿੱਤਾ, ਆਨੰਦ ਕਰ ਦਿੱਤਾ। ਔਰ ਜਿਸ ਦੇ ਦੂਸਰੇ ਪਾਸੇ ਦੇਖੋਗੇ, ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸੰਗਰਾਦੀਪ, ਜਿਹਦਾ ਅੱਜ ਨਾਮ ਲੰਕਾ ਹੈ, ਇਹਦਾ ਨਾਮ ਪਹਿਲਾਂ ਸਿਲੋਨ ਵੀ ਹੁੰਦਾ ਸੀ, ਹੁਣ ਇਹਦਾ ਨਾਮ ਲੰਕਾ। ਜਦੋਂ ਰਾਜੇ ਸ਼ਿਵਨਾਥ ਦੇ ਬਾਗ ਦੇ ਵਿੱਚ ਗਏ ਨਾ, ਪਹੁੰਚੇ ਉੱਥੇ ਤੇ ਚਰਨ ਪਾਉਂਦਿਆਂ ਸਾਰੇ ਜਿਹੜੇ ਸੁੱਕੇ ਦਰਖਤ ਸੀ ਸਾਰੇ ਹਰੇ ਹੋ ਗਏ। ਤੇ ਇਸੇ ਤਰ੍ਹਾਂ ਤੇਰੇ ਮਨ ਨੂੰ ਇਹ ਹਰਾ ਕਰ ਦੂੰ। ਨਿਰੰਕਾਰ ਦਾ ਨਾਮ ਜਿਹੜਾ ਹੈ, ਕਹਿੰਦੇ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ ਜਿਵਾਵੇ। ਕਹਿੰਦੇ ਕਿ ਨਿਰੰਕਾਰ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਐਸੀ ਹੈ, ਨਿਰੰਕਾਰ ਮਿਹਰਬਾਨ ਕਿਰਪਾ ਕਰਕੇ ਆਪਣੇ ਗੁਰਮੁਖਾਂ ਨੂੰ ਅੰਮ੍ਰਿਤ ਬਖਸ਼ ਕੇ ਸਦਾ ਵਾਸਤੇ ਆਨੰਦ ਦੇ ਵਿੱਚ ਲਿਆਉਂਦੇ ਨੇ, ਖੁਸ਼ੀ ਦੇ ਵਿੱਚ ਰੱਖ ਕੇ ਉਸ ਮੁਰਦੇ ਦਿਲਾਂ ਨੂੰ ਹਰ ਵੇਲੇ ਹੀ ਸਰਜੀਤ ਕਰਕੇ ਉਹਨਾਂ ਨੂੰ ਆਨੰਦ ਹੀ ਆਨੰਦ ਬਖਸ਼ ਦਿੰਦੇ ਹਨ। ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਆਪਣੇ ਪਿਆਰਿਆਂ ਦੇ ਸਾਰੇ ਦੁੱਖ ਕਲੇਸ਼ ਪਾਪ ਚਿੰਤਾ ਰੋਗ ਸਾਰੇ ਵਾਹਿਗੁਰੂ ਜੀ ਨੇ ਕੱਟ ਦਿੱਤੇ। ਤੇ ਹੋਇਆ ਕਿ ਆਪਣੇ ਸੇਵਕਾਂ ਨੂੰ, ਜਿਹੜੇ ਸਤਿਗੁਰ ਦੇ ਪਿਆਰੇ ਨੇ, ਉਹਨਾਂ ਨੂੰ ਆਪਣੀ ਸੇਵਾ ਦੇ ਵਿੱਚ ਲਾ ਲਿਆ, ਉਹਨਾਂ ਨੂੰ ਆਪਣੀ ਸੇਵਾ ਦੇ ਦਿੱਤੀ। ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ, ਕਰੀ ਦਇਆ ਸਤਿਗੁਰ ਗੁਣ ਤਾਸਾ। ਸਤਿਗੁਰ ਦੀ ਸੇਵਾ ਕਰਨ ਦੇ ਨਾਲ ਸਾਰੀਆਂ ਚਿੰਤਾ ਖਤਮ ਹੋ ਗਈਆਂ, ਤੇ ਜਿਹੜੀਆਂ ਵੀ ਮਨ ਦੀਆਂ ਮੁਰਾਦਾਂ ਸਨ, ਇੱਛਾ ਸਨ, ਉਹ ਸਾਰੀਆਂ ਨਿਰੰਕਾਰ ਨੇ ਪੂਰੀਆਂ ਕਰ ਦਿੱਤੀਆਂ। ਉਹ ਕਰੀ ਦਇਆ ਸਤਿਗੁਰ ਗੁਣ ਤਾਸਾ, ਜਿਹੜਾ ਸਾਰੇ ਗੁਣਾਂ ਦਾ ਖਜ਼ਾਨਿਆਂ ਦਾ ਮਾਲਕ ਸਤਿਗੁਰੂ ਨਿਰੰਕਾਰ ਹੈ, ਉਸ ਨੇ ਮੇਰੇ ਉੱਤੇ ਜਦੋਂ ਦ੍ਰਿਸ਼ਟੀ ਦੀ ਨਿਗਾਹ ਪਾਈ, ਮੇਰੇ ਉੱਤੇ ਰਹਿਮਤ ਕੀਤੀ, ਤਾਂ ਉਸ ਨੇ ਭਾਈ ਇਸ ਤਰ੍ਹਾਂ ਮੈਨੂੰ ਸਾਰੇ ਖਜ਼ਾਨੇ ਪ੍ਰਾਪਤ ਹੋਏ, ਤਾਂ ਮੇਰੇ ਦੁੱਖ ਰੋਗ ਚਿੰਤਾ ਸਾਰੇ ਇਸ ਸਰੀਰ ਤੋਂ ਦੂਰ ਹੋ ਗਏ। ਦੁੱਖ ਨਾਠੇ ਸੁਖ ਆਏ ਸਮਾਏ, ਤੀਲ ਨਾ ਪਰੀ ਜਾਂ ਗੁਰ ਫਰਮਾਏ। ਕਹਿੰਦੇ ਦੁੱਖ ਨਾਠੇ ਸੁਖ ਆਏ ਸਮਾਏ, ਕਹਿੰਦੇ ਸਾਰੇ ਦੁੱਖ ਇੱਕਦਮ ਭੱਜ ਗਏ, ਦੂਰ ਹੋ ਗਏ ਸਰੀਰ ਦੇ ਕੋਲੋਂ। ਤੇ ਨਿਰੰਕਾਰ ਦੇ ਹੁਕਮ ਨੇ ਐਸਾ ਅੰਮ੍ਰਿਤ ਦਾ ਛਿੱਟਾ ਅੰਮ੍ਰਿਤ ਦਾ ਛਿੱਟਾ ਅੰਦਰ ਦਿੱਤਾ, ਕਹਿੰਦੇ ਸਾਰੇ ਸੁੱਖ ਆਣ ਕੇ ਸਮਾ ਗਏ। ਇਹ ਸਰੀਰ ਨੂੰ ਜਿਹੜੇ ਦੁੱਖਾਂ ਨੇ ਆਪਣੇ ਕਾਬੂ ਕੀਤਾ ਸੀ, ਉਹ ਖਤਮ ਹੋ ਗਏ, ਸੁੱਖ ਇਹਦੇ ਵਿੱਚ ਆ ਗਏ। ਹੁਣ ਉੱਥੇ ਆਨੰਦ ਹੀ ਆਨੰਦ ਹੈ। ਢੀਲ ਨਾ ਭਰੀ ਜੰਗੁਰ ਫਰਮਾਏ, ਕਹਿੰਦੇ ਦੇਰੀ ਨਹੀਂ ਲੱਗੀ। ਢਿੱਲ ਕਹਿੰਦੇ ਨੇ ਦੇਰੀ ਨਹੀਂ ਲੱਗੀ, ਕਹਿੰਦੇ ਸਤਿਗੁਰਾਂ ਨੇ ਐਸੀ ਮੇਰੇ ਉੱਤੇ ਕਿਰਪਾ ਕਰ ਦਿੱਤੀ, ਜਦੋਂ ਕਿ ਮੇਰੇ ਅੰਦਰ ਆਣ ਕੇ ਸਾਰੇ ਸੁੱਖਾਂ ਨੇ ਘਰ ਕਰ ਲਿਆ। ਇਛ ਪੁੰਨੀ ਪੂਰੇ ਗੁਰ ਮਿਲੇ, ਨਾਨਕ ਤੇ ਜਨ ਸਫਲ ਫਲੇ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਮਿਲਦਿਆਂ ਸਾਰੇ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਨਿਰੰਕਾਰ ਜੀ ਕਹਿੰਦੇ ਨੇ ਜਿਹੜੇ ਉਹ ਜਨ ਨੇ, ਉਹਨਾਂ ਦਾ ਇੱਥੇ ਆਉਣਾ ਜਿਹੜਾ ਸੀ ਉਹ ਸਫਲ ਹੋ ਗਿਆ। ਗੌੜੀ ਮਹਲਾ ਪੰਜਵਾਂ। ਤਾਪ ਗਏ ਪਾਈ ਪ੍ਰਭ ਸ਼ਾਂਤ, ਸੀਤਲ ਭਏ ਕੀਨੀ ਪ੍ਰਭ ਦਾਤ। ਜਿਸ ਲਈ ਮੈਂ ਨਿਰੰਕਾਰ ਦੇ ਨਾਮ ਦੇ ਨਾਲ ਜੁੜ ਗਿਆ ਭਾਈ, ਉਸ ਲਈ ਮੇਰੇ ਤਿੰਨੇ ਤਾਪ ਕਿਹੜੇ ਨੇ? ਆਦ ਵਿਆਦ ਉਪਾਦ। ਇਹ ਤਿੰਨੇ ਪਾਪ ਤਾਂ ਜਿਹੜੇ ਸਨ ਨਿਵਰਤ ਹੋ ਗਏ, ਖਤਮ ਹੋ ਗਏ, ਚਲੇ ਗਏ ਕੋਲੋਂ। ਆਦ ਕਹਿੰਦੇ ਨੇ ਜਿਹੜੇ ਕਿ ਤਨ ਦੇ ਰੋਗ ਹੁੰਦੇ ਨੇ, ਤਨ ਨੂੰ ਲੱਗੇ, ਤੇ ਵਿਆਦ ਹੁੰਦੇ ਨੇ ਜਿਹੜੇ ਮਨ ਨੂੰ ਰੋਗ ਲੱਗੇ ਹੁੰਦੇ ਨੇ, ਤੇ ਉਪਾਦ ਜਿਹੜੇ ਹੁੰਦੇ ਨੇ ਜਿਹੜੇ ਚੇਤਨਾ ਨੂੰ ਲੱਗੇ ਹੁੰਦੇ ਨੇ। ਹਰ ਵੇਲੇ ਚਿੰਤਾ ਰਹਿਣੀ, ਹਰ ਵੇਲੇ ਇੱਥੇ ਦੂਸਰਿਆਂ ਵਾਸਤੇ ਬਰਿਆਈ ਰੱਖਣੀ, ਤੇ ਹਰ ਵੇਲੇ ਸਰੀਰ ਤੇ ਕੋਈ ਰੋਗ ਲੱਗਾ ਹੋਣਾ। ਇਹ ਤਿੰਨੇ ਰੋਗ ਜਿਹੜੇ ਸਨ, ਨਿਰੰਕਾਰ ਨੇ ਕਿਰਪਾ ਕੀਤੀ ਮੇਰੇ ਉੱਤੇ, ਇਹ ਤਿੰਨੇ ਤਾਪ ਨਿਵਰਤ ਕਰ ਦਿੱਤੇ, ਦੂਰ ਹੋ ਗਏ। ਸੀਤਲ ਭਏ ਕੀਨੀ ਪ੍ਰਭ ਦਾਤ। ਮੇਰੇ ਮਾਲਕ ਨੇ ਮੈਨੂੰ ਅੰਦਰ ਜਿਹੜਾ ਮੇਰੇ ਅਗਨ ਸੀ ਇਹਨਾਂ ਰੋਗਾਂ ਦੀ,
ਜਿਹੜੇ ਚਿੰਤਾ ਦੇ ਰੋਗਾਂ ਦੇ ਸੀ ਉਹ ਸਾਰੀ ਖਤਮ ਕਰ ਦਿੱਤੀ। ਹੁਣ ਮੇਰਾ ਆਨੰਦ ਸੀਤਲ ਦਾ ਹੋ ਗਿਆ, ਆਨੰਦ ਦੇ ਵਿੱਚ ਆ ਗਿਆ, ਸੁਖੀ ਹੋ ਗਿਆ। ਪ੍ਰਭ ਕਿਰਪਾ ਤੇ ਪਏ ਸੁਹੇਲੇ, ਜਨਮ ਜਨਮ ਕੇ ਵਿਛੁਰੇ ਮੇਲੇ। ਪ੍ਰਭੂ ਦੀ ਕਿਰਪਾ ਦੇ ਨਾਲ ਹੁਣ ਮੈਂ ਅੰਦਰੋਂ ਐਨ ਸੁਖ ਤੇ ਆਨੰਦ ਦੇ ਵਿੱਚ ਹੋ ਗਿਆ ਹਾਂ। ਉਹ ਨਿਰੰਕਾਰ ਨੇ ਮੇਰੇ ਉੱਤੇ ਕਿਰਪਾ ਕੀਤੀ ਨਾਮ ਦੀ ਬਖਸ਼ਿਸ਼ ਦੇ ਨਾਲ। ਜਨਾਂ ਜਨਮੰਤਰਾਂ ਤੋਂ ਜਿਹੜੇ ਅਸੀਂ ਉਹਦੇ ਕੋਲੋਂ ਵਿਛੜੇ ਹੋਏ ਸਨ, ਗੁਰੂ ਪ੍ਰਭੂ ਨੇ ਆਪਣਾ ਬਣਾ ਕੇ ਮੈਨੂੰ ਜੋੜ ਲਿਆ, ਮਿਲਾ ਲਿਆ। ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ, ਸਗਲ ਰੋਗ ਕਾ ਬਿਨਸਿਆ ਥਾਉ। ਸਿਮਰ ਕਰਦਿਆਂ ਦਿਓ ਪ੍ਰਭੂ ਦੇ ਨਾਮ ਦਾ ਚਿੰਤਨ ਕਰਦਿਆਂ ਦੇ ਜਿਹੜੇ ਸਾਰੇ ਰੋਗ ਨੇ ਉਹ ਸਾਰੇ ਹੀ ਅਗਿਆਨਤਾ ਦੇ ਰੋਗ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਸਹਿਜ ਸੁਭਾਏ ਬੋਲੇ ਹਰ ਬਾਣੀ, ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ। ਹੁਣ ਉਹ ਪਿਆਰਾ ਜਿੱਥੇ ਬਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਸ ਵੇਲੇ ਉਹ ਸਤਿਗੁਰ ਦੀ ਉਸਤਤ ਕਰਨੀ ਸ਼ੁਰੂ ਕਰ ਦਿੰਦਾ। ਗੱਲ ਭਾਵੇਂ ਕੋਈ ਹੋਰ ਚੱਲਦੀ ਹੋਵੇ, ਪਰ ਜਿਹੜਾ ਜੁੜਿਆ ਹੁੰਦਾ ਉਹ ਗੱਲ ਦੇ ਵਿੱਚ ਉਹਨੂੰ ਵੀ ਪਤਾ ਹੀ ਨਹੀਂ ਲੱਗਦਾ ਮੈਂ ਕਿਸ ਵੇਲੇ ਪ੍ਰਮਾਤਮਾ ਦੀ ਉਸਤਤ ਦੇ ਵਿੱਚ ਜੁੜ ਜਾਂਦਾ ਹਾਂ। ਤਾਂ ਇਸੇ ਤਰ੍ਹਾਂ ਕਹਿੰਦੇ ਉਹ ਪਿਆਰਾ ਸਹਿਜ ਸੁਭਾਏ, ਅਚਨਚੇਤ ਹੀ ਉਹ ਨਿਰੰਕਾਰ ਦੀ ਉਸਤਤ ਦੇ ਵਿੱਚ ਜੁੜ ਜਾਂਦਾ ਤੇ ਸਾਰੇ ਅਸਚਰਜ ਹੋ ਜਾਂਦੇ ਨੇ ਵੀ ਗੱਲ ਕੀ ਚੱਲਦੀ। ਇਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਵਡਿਆਈ ਦੇ ਵਿੱਚ ਚਲੋ ਉਹ ਸਾਰੇ ਸੋਚਣ ਲੱਗ ਪੈਂਦੇ ਨੇ ਵੀ ਇਹਦੇ ਉੱਤੇ ਇੱਕ ਕਿਰਪਾ ਵਾਲਾ ਜੀਵ ਹੈ, ਕਿਰਪਾ ਵਾਲਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਉਹਨਾਂ ਨੂੰ ਉਹ ਜਦੋਂ ਅਚਨਚੇਤ ਹੀ ਬਾਣੀ ਬੋਲਦਾ ਨਾ, ਅਚਨਚੇਤ ਹੀ ਪ੍ਰਮਾਤਮਾ ਦੀ ਵਡਿਆਈ ਕਰਦਾ, ਜਿਹੜੀ ਸੰਗਤ ਦੇ ਵਿੱਚ ਬੈਠਾ ਹੁੰਦਾ ਉਹਨਾਂ ਨੂੰ ਕਹਿੰਦਾ ਹੇ ਭਾਈਓ ਆਓ ਆਪਾਂ ਅੱਠੇ ਹੀ ਪੈਰ ਉਹ ਪ੍ਰਮਾਤਮਾ ਸਤਿਗੁਰ ਦੀ ਵਡਿਆਈ ਦੇ ਵਿੱਚ ਲੱਗੇ ਰਹੀਏ, ਉਹਦੀ ਸਿਮਰਨ ਦੇ ਵਿੱਚ ਲੱਗੇ ਰਹੀਏ। ਦੁੱਖ ਦਰਦ ਜਮ ਨੇੜ ਨਾ ਆਵੇ, ਕਹੋ ਨਾਨਕ ਜੋ ਹਰ ਗੁਣ ਗਾਵੇ। ਨਿਰੰਕਾਰ ਸੱਚੇ ਪਾਤਸ਼ਾਹ ਦੇ ਜਿਹੜਾ ਜੀਵ ਇਦੋਂ ਸੰਸਾਰ ਦੇ ਉੱਤੇ ਗੁਣ ਗਾ ਰਿਹਾ, ਮਨ ਤਨ ਧਨ ਇਕਾਗਰ ਕਰਕੇ ਇਹ ਸਾਰਾ ਸਰੀਰ ਸਿਰ ਗੁਰੂ ਨੂੰ ਦੇ ਕੇ ਕਹਿੰਦੇ ਕਿਸੇ ਤਰ੍ਹਾਂ ਦਾ ਦੁੱਖ, ਕਿਸੇ ਤਰ੍ਹਾਂ ਦਾ ਦਰਦ, ਕਿਸੇ ਤਰ੍ਹਾਂ ਦੇ ਜਮ ਜਿਹੜੇ ਨੇ ਉਹ ਨੇੜੇ ਵੀ ਨਿਰੰਕਾਰ ਜੀ ਨਹੀਂ ਆਉਣ ਦਿੰਦੇ। ਗੌੜੀ ਮਹਲਾ ਪੰਜਵਾਂ, ਭਲੇ ਦਿਨ ਸਪਲੇ ਸੰਜੋਗ, ਜਿਤ ਪੇਟੇ ਪਾਰ ਬ੍ਰਹਮ ਨਿਰਜੋਗ। ਭਾਈ ਉਹ ਦਿਨ ਬੜੇ ਸੋਹਣੇ ਨੇ, ਸੰਜੋਗਾਂ ਵਾਲੇ ਹਨ, ਵਡਿਆਈ ਵਾਲੇ ਉਹ ਦਿਨ ਨੇ। ਕਿਹੜੇ ਦਿਨ? ਜਿਤ ਭੇਟੇ ਪਾਰ ਬ੍ਰਹਮ ਨਿਰਜੋਗ। ਜਿਸ ਦਿਨ ਅਸੀਂ ਉਹ ਸੱਚੇ ਪਾਤਸ਼ਾਹ ਜਿਹੜਾ ਸਾਰੇ ਬੰਧਨਾਂ ਤੋਂ ਰਹਿਤ ਹੈ ਉਹਦੀ ਬੰਦਗੀ ਕੀਤੀ। ਉਹ ਬੇਲਾ ਕੋ ਹੋਂ ਬਲ ਜਾਉ, ਜਿਤ ਮੇਰਾ ਮਨ ਜਪੈ ਹਰ ਨਾਉ। ਮੈਂ ਉਸ ਸਮੇਂ ਦੇ ਉੱਤੋਂ ਕੁਰਬਾਨ ਜਾਵਾਂ ਜਿਸ ਵੇਲੇ ਮੇਰਾ ਮਨ ਪ੍ਰੀਤ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ। ਰਹਾਉ ਸਫਲ ਮੂਰਤ ਸਫਲ ਉਹ ਕਰੀ, ਜਿਤ ਰਸਨਾ ਉਚਰੈ ਹਰ ਹਰੀ। ਉਹ ਮੁਹੂਰਤ 2 ਘੜੀਆਂ ਦਾ ਸਮਾਂ ਤੇ 1 ਘੜੀ ਦਾ ਸਮਾਂ 50 ਮਿੰਟ 25 ਮਿੰਟ ਜੋ ਹੈ ਇਹ ਸਮਾਂ ਬੜਾ ਹੀ ਸੋਭਨੀਕ ਬਣ ਜਾਂਦਾ ਹੈ ਜਿਸ ਵੇਲੇ ਮੇਰੀ ਰਸਨਾ ਉਹ ਪ੍ਰੀਤਮ ਵਾਹਿਗੁਰੂ ਦੇ ਗੁਣ ਗਾਉਂਦੀ ਹੈ, ਵਾਹਿਗੁਰੂ ਦਾ ਜਾਪ ਕਰਦੀ ਹੈ। ਸਫਲ ਉਹ ਮਾਥਾ ਸੰਤ ਨਮਸਕਾਰਸ, ਚਰਨ ਪੁਨੀਤ ਚਲੇ ਹਰ ਮਾਰਗ। ਉਹ ਮੱਥਾ ਵੀ ਭਾਗਾਂ ਵਾਲਾ ਹੈ, ਉਹ ਸਿਰ ਸੰਜੋਗਾਂ ਵਾਲਾ ਹੈ। ਜਿਸ ਵੇਲੇ ਉਹ ਗੁਰੂ ਦੇ ਚਰਨਾਂ ਦੇ ਉੱਤੇ ਆਣ ਕੇ ਟਿਕ ਜਾਂਦਾ, ਨਮਸਕਾਰ ਕਰਦਾ ਉਹਨਾਂ ਨੂੰ, ਉਸ ਵੇਲੇ ਕੀ ਹੁੰਦਾ ਉਹ ਚਰਨ ਵੀ ਬਹੁਤ ਪੁਨੀਤ ਨੇ, ਪਵਿੱਤਰ ਹੋ ਜਾਂਦੇ ਨੇ, ਜਿਹੜੇ ਸਤਿਗੁਰ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਹਨ। ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਪੇਟੇ ਸਾਧੂ ਕੇ ਚਰਨ। ਵਾਹਿਗੁਰੂ ਜੀ ਕਹਿੰਦੇ ਨੇ ਕਹੋ ਨਾਨਕ ਭਲਾ ਮੇਰਾ ਕਰਮ, ਮੇਰੇ ਪੂਰਬ ਦੇ ਕਰਮ ਚੰਗੇ ਕਰਮ ਉਜਾਗਰ ਹੋ ਗਏ। ਮੈਨੂੰ ਭਗਤੀ ਦੇ ਮਾਰਗ ਦੇ ਉੱਤੇ ਚੱਲਣ ਦਾ ਗਿਆਨ ਦੇ ਦਿੱਤਾ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ। ਗੌੜੀ ਮਹਲਾ ਪੰਜਵਾਂ, ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ। ਜਿਸ ਲਈ ਸਤਿਗੁਰ ਕਹਿੰਦੇ ਨੇ ਮੇਰਾ ਕਰਮ ਖੁੱਲਿਆ ਤੇ ਮੈਨੂੰ ਉਹ ਸਾਧੂ ਉਹ ਬਖਸ਼ਿਆ ਹੋਇਆਂ ਦੀ ਸੰਗਤ ਪ੍ਰਾਪਤ ਹੋ ਗਈ। ਫਿਰ ਕੀ ਹੋਇਆ ਉੱਥੇ? ਸਤਿਗੁਰ ਕਹਿੰਦੇ ਨੇ ਚੰਗੇ ਕਰਮਾਂ ਦੀ ਨਿਸ਼ਾਨੀ ਦੇ ਨਾਲ, ਉਹ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਮੇਰੇ ਅੰਦਰ ਉਹ ਜਿਹੜਾ ਸ਼ਬਦ ਸੀ ਨਿਰੰਕਾਰ ਦਾ ਪ੍ਰਗਟ ਹੋ ਗਿਆ। ਮੈਂ ਉਸ ਸ਼ਬਦ ਨੂੰ ਬਹੁਤ ਬਹੁਤ ਪਿਆਰ ਦੇ ਨਾਲ ਉਹਨੂੰ ਅੰਦਰ ਹੀ ਰੱਖ ਲਿਆ, ਹਰ ਵੇਲੇ ਰੱਖ ਲਿਆ। ਉਸ ਨੂੰ ਮੈਂ ਹਿੱਕ ਦੇ ਨਾਲ ਲਾ ਕੇ ਰੱਖ ਲਿਆ।
ਆਤਮਾ ਦੇ ਵਿੱਚ ਟਿਕਾ ਦਿੱਤਾ, ਮਨ ਦੇ ਵਿੱਚ ਉਸ ਨੂੰ ਟਿਕਾ ਦਿੱਤਾ। ਮਨ ਫਿਰ ਜਿਸਲੇ ਸਿਮਰ ਕਰ ਕਰਕੇ ਉਹ ਨਿਰੰਕਾਰ ਦਾ ਸਿਮਰਨ ਕਰਦੇ ਕਰਦੇ ਦੇ ਉੱਤੇ ਐਸਾ ਹੁੰਦਾ ਕਿ ਚਿੰਤਾ ਦੇ ਸਾਰੇ ਰੋਗ ਹੀ ਚਲੇ ਜਾਂਦੇ ਹਨ। ਬਿਨ ਭਗਵੰਤ ਨਹੀਂ ਅਨ ਕੋਏ, ਮਾਰੈ ਰਾਖੈ ਏਕੋ ਸੋਏ। ਭਗਵੰਤ ਇੱਥੇ ਪਰਮੇਸ਼ਰ ਨੂੰ ਆਖਿਆ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਦੂਜਾ ਸਹਾਇਕ ਨਹੀਂ ਸਾਡਾ ਹੈ, ਕੋਈ ਸਾਡਾ ਸਹਾਇਤਾ ਕਰਨ ਵਾਲਾ ਨਹੀਂ ਹੈ। ਇਹ ਕੋਈ ਪ੍ਰਭੂ ਵਾਹਿਗੁਰੂ ਹੈ ਜਿਹੜਾ ਮਾਰਨ ਵਰਨ ਦੇ ਵਿੱਚ ਵੀ ਸਮਰੱਥ ਹੈ ਤੇ ਰੱਖਣ ਦੇ ਵਿੱਚ ਵੀ ਸਮਰੱਥ ਹੈ। ਰਹਾਉ ਗੁਰ ਕੇ ਚਰਨ ਹਿਰਦੈ ਉਰ ਧਾਰ, ਅਗਨ ਸਾਗਰ ਜਪ ਉਤਰੈ ਪਾਰ। ਭਾਈ ਜਦੋਂ ਗੁਰੂ ਦੇ ਚਰਨ ਹਿਰਦੇ ਦੇ ਵਿੱਚ ਧਾਰ ਕੇ ਟਿਕਾ ਕੇ ਰੱਖ, ਸ਼ਬਦ ਨੂੰ ਟਿਕਾ ਕੇ ਰੱਖ, ਉਹ ਸ਼ਬਦ ਤਾਂ ਤੇਰਾ ਬੋਹਿਤ ਬਣ ਜਾਵੇਗਾ, ਜਹਾਜ਼ ਬਣ ਜਾਵੇਗਾ। ਉਸ ਸ਼ਬਦ ਦੀ ਕਿਰਪਾ ਦੇ ਨਾਲ ਇਹ ਤੂੰ ਅਗਨੀ ਦੇ ਸਮੁੰਦਰ, ਵਿਕਾਰਾਂ ਦੇ ਸਮੁੰਦਰ ਤੋਂ, ਭਿਆਨਕ ਸਮੁੰਦਰ ਤੋਂ, ਜਿਹੜਾ ਸੰਸਾਰ ਨੂੰ ਕਿਹਾ ਮਰਨੇ, ਉਹ ਤੋਂ ਤੂੰ ਪਾਰ ਲੰਘ ਜਾਵੇਂਗਾ। ਗੁਰਮੂਰਤ ਸਿਉ ਲਾਏ ਧਿਆਨ, ਇਹਾਂ ਉਹਾਂ ਪਾਵੈ ਮਾਨ। ਗੁਰਮੂਰਤ, ਮੂਰਤ ਕਹਿੰਦੇ ਨੇ ਤਸਵੀਰ ਨੂੰ, ਪਰ ਤਸਵੀਰ ਸਤਿਗੁਰਾਂ ਦੀ ਕੋਈ ਬਣੀ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਨਿਰੰਕਾਰ ਨੇ, ਨਿਰਆਕਾਰ ਨੇ, ਉਹਨਾਂ ਦਾ ਆਕਾਰ ਕੋਈ ਨਹੀਂ ਹੈ। ਸੋ ਇਸ ਕਰਕੇ ਆ ਜਿਹੜੀਆਂ ਤਸਵੀਰਾਂ ਆਪਾਂ ਘਰਾਂ ਦੇ ਵਿੱਚ ਮਾਲਕ ਦੀਆਂ ਲਾਈਆਂ ਹੁੰਦੀਆਂ ਨੇ, ਇਹ ਭਾਈ ਕਲਪਨਾ ਹੈ। ਜਿਹੜੇ ਆਰਟਿਸਟ ਨੇ, ਪੇਂਟਰ ਨੇ, ਉਹਨਾਂ ਦੀ ਆਪਣੀ ਆਪਣੀ ਕਲਪਨਾ ਹੁੰਦੀ ਹੈ। ਪਰ ਹੁੰਦਾ ਇਦਾਂ ਵੀ ਇਹ ਜਦੋਂ ਅਸੀਂ ਤਸਵੀਰਾਂ ਨੂੰ ਦੇਖਦੇ ਹਾਂ ਨਾ, ਭਾਵੇਂ ਅਸੀਂ ਕਮਰਿਆਂ 'ਚ ਲਾਈਆਂ ਹੁੰਦੀਆਂ ਜਾਂ ਥੱਲੇ ਕਿਤੇ ਵੀ ਲਾਈ ਹੋਵੇ, ਸਾਨੂੰ ਉਸ ਵੇਲੇ ਵਾਹਿਗੁਰੂ ਦਾ ਨਾਮ ਚੇਤੇ ਆ ਜਾਂਦਾ। ਇਹ ਤਸਵੀਰ ਸਾਡੀ ਸਹਾਇਤਾ ਕਰਦੀ ਆ। ਹੁਣ ਕਈ ਕਹਿਣਗੇ ਵੀ ਆ ਭਾਈ ਤਸਵੀਰਾਂ ਘਰ ਦੇ ਵਿੱਚ ਨਹੀਂ ਲਾਉਣੀਆਂ ਚਾਹੀਦੀਆਂ। ਅੱਛਾ, ਉਹ ਉਹਨਾਂ ਦੀ ਆਪਣੀ ਸੋਚ ਆ। ਮੈਂ ਤਾਂ ਇਹ ਦੇਖਿਆ ਵੀ ਸਾਡੇ ਘਰ ਦੇ ਵਿੱਚ ਸੰਤ ਮਹਾਂਪੁਰਸ਼ਾਂ ਦੀਆਂ, ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੀਆਂ, ਉਸ ਤੋਂ ਉਪਰੰਤ ਨਿਰੰਕਾਰ ਦੀਆਂ ਤਸਵੀਰਾਂ, ਗੁਰੂ ਕਲਗੀਧਰ ਪਾਤਸ਼ਾਹ ਦੀਆਂ ਤਸਵੀਰਾਂ ਲੱਗੀਆਂ ਹਨ। ਤੇ ਮੈਂ ਇਹ ਲੋਕ ਕੇ ਦੇਖਿਆ, ਜਦੋਂ ਮੇਰੇ ਪੋਤੇ ਜਾਂ ਪੋਤੀਆਂ ਜਿਸ ਵੇਲੇ ਦੂਜੇ ਘਰ ਤੋਂ ਇੱਧਰ ਆਉਂਦੇ ਨੇ ਜਾਂ ਇੱਧਰੋਂ ਇਹ ਸਵੇਰ ਨੂੰ ਉੱਠਦੇ ਨੇ, ਮਹਾਰਾਜ ਨੂੰ ਚਲੋ ਇਹਨਾਂ ਨੇ ਬੰਦਰਾਂ ਦਾ ਕੰਨ ਨਹੀਂ ਹੁੰਦੀ, ਜਿੰਨਾ ਸਮਾਂ ਇਹਨਾਂ ਨੂੰ ਨਿਰੰਕਾਰ ਨੇ ਬਖਸ਼ਿਆ ਉਹ ਬਹਿ ਕੇ ਉਹਦੀ ਵਡਿਆਈ ਕਰਦੇ ਨੇ। ਪਰ ਜਦੋਂ ਮੈਂ ਦੇਖਿਆ ਇਹ ਜਦੋਂ ਚੜ੍ਹਦੇ ਨੇ ਪੌੜੀਆਂ ਨੂੰ, ਇੱਕ ਸਾਹਮਣੇ ਫੋਟੋ ਲੱਗੀ ਗੁਰੂ ਕਲਗੀਧਰ ਪਾਤਸ਼ਾਹ ਦੀ, ਤਾਂ ਇਹ ਉਹਨੂੰ ਵੀ ਨਮਸਕਾਰ ਕਰਕੇ ਕਹਿੰਦੇ ਨੇ ਧੰਨ ਵਾਹਿਗੁਰੂ। ਤੇ ਮੈਨੂੰ ਇਹ ਤੋਂ ਚੀਜ਼ ਦਾ ਬੜਾ ਚਾਅ ਚੜ੍ਹਦਾ ਵੀ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਘੱਟੋ ਘੱਟ ਇੱਥੇ ਦੇ ਜੰਮਪਲ ਤੀਜੀ ਪੀੜ੍ਹੀ ਦੇ ਬੱਚੇ ਆ, ਇਹ ਵੀ ਆਪ ਜੀ ਦੀ ਇਹ ਤਸਵੀਰ ਨੂੰ ਦੇਖ ਕੇ ਕਹਿੰਦੇ ਧੰਨ ਵਾਹਿਗੁਰੂ, ਔਰ ਇਹ ਨਮਸਕਾਰ ਕਰਦੇ, ਸਿਰ ਕਰਦੇ ਰਹੇ। ਇਸ ਕਰਕੇ ਸੱਚੇ ਪਾਤਸ਼ਾਹ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਇਹ ਵੀ ਆਪਾਂ ਨੂੰ ਲਾਹੇਵੰਦ ਬਣ ਜਾਂਦੀਆਂ ਨੇ। ਪਰ ਗੁਰੂ ਦੀ ਮੂਰਤ ਅਸਲੀ ਨਹੀਂ ਹੈ ਕੋਈ। ਹੁਣ ਜਦੋਂ ਆਪਾਂ ਅਸਲੀ ਮੂਰਤ ਗੁਰੂ ਦੀ ਟੋਲਣੀ ਹੈ ਨਾ ਭਾਈ, ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਇਹ ਸਾਡੇ ਆਪਾਂ ਜਦੋਂ ਅਰਦਾਸ ਕਰਦੇ ਉਦੋਂ ਕਹਿੰਦੇ ਆ ਵੀ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ, ਤਨ 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 ਗੁਰੂ ਗ੍ਰੰਥ ਸਾਹਿਬ। ਆਪਾਂ ਇਹ ਕਹਿੰਦੇ ਆ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜੇ ਅਵਰ ਨਾ ਕੋਈ। ਇਹ ਅਸਲੀ ਗੁਰੂ ਦੀ ਮੂਰਤ ਹੈ। ਬਾਣੀ ਦਾ ਗਿਆਨ ਗੁਰੂ ਦੀ ਅਸਲੀ ਮੂਰਤ ਹੈ। ਵਾਹਿਗੁਰੂ ਦਾ ਮੰਤਰ ਗੁਰੂ ਦੀ ਅਸਲੀ ਮੂਰਤ ਹੈ। ਮੂਲ ਮੰਤਰ ਗੁਰੂ ਕੀ ਅਸਲੀ ਮੂਰਤ ਹੈ। ਕਹਿੰਦੇ ਪਰ ਇਹ ਮੂਰਤ ਤੈਨੂੰ ਸਹਾਇਤਾ ਕਰੇਗੀ ਔਰ ਕਰ ਰਹੀ ਆ। ਤੈਨੂੰ ਅਸਿਕ ਇੱਕ ਧਿਆਨ, ਇੱਕ ਨਿਰੰਕਾਰ ਸੱਚੇ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਤੇਰੀ ਭਟਕਣਾ ਰੋਕ ਕੇ ਸਿੱਧਾ ਤੈਨੂੰ ਮਾਰਗ ਦੇ ਉੱਤੇ ਤੋਰ ਲਵੇਗੀ। ਕਹਿੰਦੇ ਇਹਾਂ ਉਹਾਂ ਪਾਵੇ ਮਾਨ। ਜਿਹੜੇ ਫਿਰ ਇਸ ਤਰ੍ਹਾਂ ਇਥੋਂ ਗਿਆਨ ਲੈ ਲੈਂਦੇ ਨੇ, ਉਹ ਫਿਰ ਲੋਕ ਪਰਲੋਕ ਦੇ ਵਿੱਚ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਮਾਣ ਦਿੰਦੇ ਨੇ, ਉਹਨਾਂ ਦੀ ਉੱਥੇ ਵਡਿਆਈ ਹੁੰਦੀ ਹੈ। ਸਗਲ ਤਿਆਗ ਗੁਰ ਸਰਣੀ ਆਇਆ, ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਸਾਰੇ ਬੰਧਨ ਤੋੜ ਕੇ, ਸਾਰੇ ਬੰਧਨਾਂ ਤੋਂ ਛੁਟਕਾਰਾ ਪਾ ਕੇ ਗੁਰੂ ਦੀ ਸ਼ਰਨ ਦੇ ਵਿੱਚ ਜਿਹੜਾ ਜੀਵ ਆ ਜਾਂਦਾ ਭਾਈ, ਉਹਦੇ ਸਾਰੇ ਸਿੰਸੇ ਜਿਹੜੇ ਨੇ, ਵਿਕਾਰ ਨੇ, ਜਿਹੜੇ ਉਹਦੇ ਅੰਦਰ ਦੋ ਚਿੱਤੀ ਵਾਲੇ ਨੇ, ਭਰਮ ਨੇ, ਰੋਗ ਨੇ, ਨਿਰੰਕਾਰ ਜੀ ਖਤਮ ਕਰ ਦਿੰਦੇ ਨੇ। ਤਾਂ ਉਹ ਜੀਵ ਸਤਿਗੁਰ ਦੀ ਸ਼ਰਨ ਦੇ ਵਿੱਚ ਆਣ ਕੇ ਉੱਥੇ ਮਹਾ ਸੁਖ ਪੈਂਦਾ, ਉਹਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ। ਜਿਸ ਸਿਮਰਤ ਦੁਖ ਸਭ ਜਾਏ, ਨਾਮ ਰਤਨ ਵਸੈ ਮਨ ਆਏ। ਹੁਣ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੰਸਾਰ ਦੇ ਲੋਕੋ ਜਰਾ ਮਾੜਾ ਜਿਹਾ ਖਿਆਲ ਕਰਕੇ ਦੇਖੋ ਕਿ ਜਿਹੜਾ ਉਹ ਵਾਹਿਗੁਰੂ ਹੈ ਉਹ ਕਿਹੜੇ ਰੂਪ ਦੇ ਵਿੱਚ ਹੈ।
ਹੋਰ ਤੁਸੀਂ ਕਿਸੇ ਦਾ ਵੀ ਚਿੰਤਨ ਕਰਕੇ ਦੇਖ ਲਓ, ਤੁਹਾਨੂੰ ਆਨੰਦ ਨਹੀਂ ਆਣਾ। ਕੋਈ ਵੀ ਕਿਸੇ ਦੇ ਕੋਲੋਂ ਤੁਸੀਂ ਨਾਮ ਹਾਸਲ ਕਰ ਲਵੋ, ਨਾਮ ਜੇ ਤਾਂ ਉਹ ਗੁਰਬਾਣੀ ਦੇ ਵਿੱਚੋਂ ਹੈ, ਅਸਲ ਵਿੱਚ ਜਿਹੜੇ ਹੋਰ ਵੀ ਡੇਰੇ ਚੱਲਦੇ ਨੇ ਨਾ, ਨਾਮ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੰਦੇ ਨੇ। ਜਹਾਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਹੈ, ਪਰ ਉਹਨਾਂ ਨੇ ਸਿਰਫ ਆਪਣੀ ਜਿਹੜੇ ਉਹਨਾਂ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਲਾਲਸਾ ਕਿ ਲੋਕ ਮੈਨੂੰ ਮੰਨਣ, ਮੈਨੂੰ ਗੁਰੂ ਕਹਿਣ, ਇਸ ਕਾਰਨ ਕਰਕੇ ਉਹਨਾਂ ਨੇ ਜੁਦੇ ਹੋ ਕੇ ਤੁਰੇ ਫਿਰਦੇ ਨੇ, ਵੱਖਰੇ ਆਪਣੀਆਂ ਸ਼੍ਰੇਣੀਆਂ ਬਣਾਈਆਂ ਹੋਈਆਂ ਨੇ। ਪਰ ਹੈ ਜਹਾਜ਼ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿੱਥੇ ਆਪਾਂ ਪਹੁੰਚੇ ਸੀ? ਜਿਸ ਨੂੰ ਦੁੱਖ ਸਭ ਜਾਏ। ਹਾਂਜੀ, ਦੁੱਖ ਸਭ ਜਾਏ। ਕਹਿੰਦੇ ਨੇ ਵੀ ਜਿਸ ਵਾਹਿਗੁਰੂ ਦੇ ਨਾਮ ਦੇ ਨਾਲ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਨਿਵਰਤ ਹੋ ਜਾਂਦੇ ਨੇ, ਤੇ ਜਿਹੜਾ ਨਾਮ ਰਤਨ ਹੈ ਜਿਹਦੀ ਕੀਮਤ ਕੋਈ ਨਹੀਂ ਹੈ, ਉਹ ਹਿਰਦੇ ਦੇ ਵਿੱਚ ਆਣ ਕੇ ਟਿਕ ਜਾਂਦਾ ਹੈ। ਜਪ ਮਨ ਮੇਰੇ ਗੋਵਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਮੇਰੇ ਮਨਾ ਉਹ ਗੋਬਿੰਦ, ਗੋ ਧਰਤੀ, ਬਿੰਦ ਪਾਲਕ, ਉਸ ਗੋਬਿੰਦ ਦੀ ਬਾਣੀ ਨੂੰ, ਨਿਰੰਕਾਰ ਦੀ ਬਾਣੀ ਦਾ ਜਾਪ ਕਰ, ਉਸ ਤੇ ਸੰਪੂਰਨ ਭਰੋਸਾ ਰੱਖ। ਤੇ ਜਿਨ੍ਹਾਂ ਨੇ ਰੱਖਿਆ ਸਾਧੂ ਜਨਾਂ ਨੇ, ਉਹਨਾਂ ਦੀ ਰਸਨਾ ਦੇ ਉੱਤੇ ਵੀ ਉਹੀ ਸਭ ਦੇ ਵਿੱਚ ਹੋਏ ਰਾਮ ਦਾ ਹੀ ਨਾਮ ਹੈ। ਰਹਾਉ ਇੱਕ ਸਬਿਨ ਨਾਹੀ ਦੂਜਾ ਕੋਏ, ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ। ਇਸ ਅਕਾਲ ਪੁਰਖ ਇੱਕ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ, ਨਾ ਹੋਇਆ, ਨਾ ਹੈ, ਨਾ ਹੋਏਗਾ। ਜਾਂ ਕੀ ਦ੍ਰਿਸ਼ਟ ਸਦਾ ਸੁਖ ਹੈ, ਜਿਹਦੀ ਕਿਰਪਾ ਦੇ ਨਾਲ, ਜਿਹਦੀ ਨਿਗਾਹ, ਮਿਹਰ ਦੀ ਨਿਗਾਹ ਦੇ ਨਾਲ ਸਾਰਿਆਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਸਾਜਨ ਮੀਤ ਸਖਾ ਕਰ ਏਕ, ਹਰ ਹਰ ਅੱਖਰ ਮਨ ਮਹਿ ਲੇਖ। ਕਹਿੰਦੇ ਸਾਜਨ ਮਿੱਤਰ, ਮੀਤ ਦੋਸਤ, ਸਖਾ ਉਹ ਵੀ ਮਿੱਤਰ ਹੀ ਬਣਦਾ ਹੈ, ਗੂੜਾ ਮਿੱਤਰ ਜਿਹੜਾ ਹੁੰਦਾ ਆਪਣਾ। ਕਹਿੰਦੇ ਉਸ ਨੂੰ ਬਣਾ ਲਾ ਪ੍ਰੀਤਮ ਨੂੰ, ਉਸ ਨੂੰ ਸਾਜਨ ਵੀ ਬਣਾ ਲਾ, ਰਿਸ਼ਤੇਦਾਰ ਵੀ ਬਣਾ ਲਾ, ਮੀਤ ਵੀ ਬਣਾ ਲਾ, ਮਿੱਤਰ ਵੀ ਬਣਾ ਲਾ, ਤੇ ਸਖਾ ਵੀ ਆਪਣਾ ਬਣਾ ਲਾ। ਸਖਾ ਹੁੰਦਾ ਵੈਸੇ ਜਿਸ ਵੇਲੇ ਡੰਗਿਆਈ 'ਚ ਜਾਓਗੇ, ਜਿਹੜਾ ਸਾਡੇ ਪ੍ਰਾਣਾਂ ਦਾ ਰਖਵਾਲਾ ਹੈ, ਉਹ ਸਖਾ ਹੁੰਦਾ, ਜਿਹੜਾ ਸਾਡੀ ਹਰ ਵੇਲੇ ਸਹਾਇਤਾ ਕਰਦਾ। ਕਹਿੰਦੇ ਉਹ ਉਸ ਅਕਾਲ ਪੁਰਖ ਇੱਕ ਨੂੰ ਬਣਾ, ਹਰ ਹਰ ਅੱਖਰ ਮਨ ਮੇ ਲੇਖ। ਕਹਿੰਦੇ ਜਿਹੜਾ ਕੱਲਾ ਅੱਖਰ ਤੂੰ ਸੁਣਦਾ ਨਾ ਗਿਆਨ ਦਾ ਨਿਰੰਕਾਰ ਦੇ ਕੋਲੋਂ, ਇਹਨੂੰ ਹਿਰਦੇ ਦੇ ਵਿੱਚ ਲਿਖ ਲਾ, ਹਿਰਦੇ ਦੇ ਵਿੱਚ ਇਸ ਨੂੰ ਟਿਕਾ ਲਾ, ਤੇ ਇਸ ਨੂੰ ਹਿਰਦੇ ਦੇ ਵਿੱਚ ਲਿਖ ਕੇ ਔਰ ਉਹਦਾ ਹੀ ਚਿੰਤਨ ਕਰ। ਰਬ ਰਿਹਾ ਸਰਬਤ ਸੁਆਮੀ, ਗੁਣ ਗਾਵੇ ਨਾਨਕ ਅੰਤਰ ਜਾਮੀ। ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਅਕਾਲ ਪੁਰਖ ਵਾਹਿਗੁਰੂ, ਸਰਬ ਵਿਆਪਕ ਹੈ, ਤੇ ਉਸ ਦੇ ਗੁਣ ਗਾਣ ਵਾਸਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਅੰਤਰਜਾਮੀ ਪ੍ਰੀਤਮ ਦੇ ਸਦਾ ਗੁਣ ਗਾਣਾ ਕਰ। ਗੌੜੀ ਮਹਲਾ ਪੰਜਵਾਂ, ਪੈ ਮੈਂ ਰਚਿਓ ਸਭ ਸੰਸਾਰਾ, ਤਿਸ ਪੋ ਨਾਹੀ ਜਿਸ ਨਾਮ ਆਧਾਰਾ। ਅਸਲ ਵਿੱਚ ਸਤਿਗੁਰੂ ਜੀ ਹੁਣ ਸੰਸਾਰ ਦਾ ਜਿੱਥੇ ਗਿਆਨ ਕਹਿੰਦੇ ਨੇ, ਕਹਿੰਦੇ ਸਾਰੇ ਭੈ ਦੇ ਵਿੱਚ, ਡਰ ਦੇ ਵਿੱਚ ਇਹ ਰਚੇ ਨੇ, ਮੈਂ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ। ਡਰ ਕਾਹਦਾ? ਡਰ ਮੌਤ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਉਸ ਗੱਲ ਦੀ ਗੱਲ ਕਰਦੇ ਨੇ, ਕਹਿੰਦੇ ਉਹਨਾਂ ਸਾਰਿਆਂ ਨੂੰ ਮੌਤ ਦਾ ਡਰ ਹੈ ਜਿੰਨੇ ਵੀ ਸੰਸਾਰ ਦੇ ਉੱਤੇ ਨੇ। ਇਸ ਡਰ ਦੇ ਵਿੱਚ, ਕਾਲ ਦੇ ਡਰ ਦੇ ਵਿੱਚ ਮੈਂ ਸਾਰੇ ਸੰਸਾਰ ਨੂੰ ਰਚਿਆ। ਪਰ ਕਹਿੰਦੇ ਇਹਦੇ ਵਿੱਚ ਕੋਈ ਐਸੇ ਹੁੰਦੇ ਨੇ ਜਿਹੜੇ ਕਿ ਮਾਇਆ ਦੇ ਵਿਛਾਏ ਹੋ ਜਾਲ ਦੇ ਵਿੱਚ ਨਹੀਂ ਫਸਦੇ। ਜਿਹੜੇ ਤਾਂ ਮਾਇਆ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ, ਉਹ ਤਾਂ ਹਰ ਵੇਲੇ ਹੀ ਤੜਫਦੇ ਰਹਿੰਦੇ ਨੇ, ਉਹਨਾਂ ਨੂੰ ਫਿਰ ਡਰ ਹੋਰ ਤਰ੍ਹਾਂ ਦੇ ਪੈਣੇ ਸ਼ੁਰੂ ਹੋ ਜਾਂਦੇ ਨੇ। ਪਰ ਜਿਹੜੇ ਇਹਦੇ ਵਿੱਚੋਂ ਬਚ ਜਾਂਦੇ ਨੇ, ਕਹਿੰਦੇ ਵੀ ਜਿਨ੍ਹਾਂ ਨੇ ਫਿਰ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਪਹਿਚਾਣ ਲਿਆ, ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੁੰਦਾ, ਜਿਨ੍ਹਾਂ ਨੇ ਨਾਮ ਨੂੰ ਆਪਣਾ ਆਸਰਾ ਬਣਾ ਲਿਆ। ਪਉ ਨਾ ਵਿਆਪੈ ਤੇਰੀ ਸਰਣਾ, ਜੋ ਤੁਧ ਪਾਵੈ ਸੋਈ ਕਰਨਾ। ਇਹ ਮੇਰੇ ਨਿਰੰਕਾਰ ਪ੍ਰਭੂ ਜੀਓ, ਤੇਰੀ ਸ਼ਰਨ ਦੇ ਵਿੱਚ ਕਿਸੇ ਤਰ੍ਹਾਂ ਦਾ ਸਾਨੂੰ ਡਰ ਨਹੀਂ ਵਿਆਪਦਾ, ਕੋਈ ਡਰ ਨਹੀਂ ਸਾਨੂੰ ਲੱਗਦਾ। ਜੋ ਤੁਧ ਭਾਵੇ ਸੋਈ ਕਰਨਾ, ਜੋ ਆਪ ਜੀ ਨੂੰ ਸਤਿਗੁਰ ਕਹਿੰਦੇ ਨੇ, ਗੁਰਮੁਖਾਣਾ ਜਿਹੜੇ ਜੀਵ ਨੇ ਸਤਿਗੁਰ ਦੇ ਬਖਸ਼ੇ, ਉਹ ਕਹਿੰਦੇ ਨੇ ਜੋ ਤੁਹਾਨੂੰ ਚੰਗਾ ਲੱਗਦਾ ਉਹੀ ਇੱਥੇ ਕਰ ਰਹੇ ਹੋ, ਪਰ ਤੁਸੀਂ ਕਿਸੇ ਦਾ ਤਾਂ ਮਾੜਾ ਕਰਦੇ ਨਹੀਂ ਹੋ।
ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣਾ ਹੁਕਮ ਮੰਨਣ ਦੀ ਜਾਚ ਸਿਖਾਓ ਸਤਿਗੁਰੂ ਜੀ, ਕਿਉਂਕਿ ਜੋ ਕੁਝ ਹੋ ਰਿਹਾ ਆਪ ਜੀ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਰਹਾਉ ਸੋਗ ਹਰਖ ਮਹਿ ਆਵਣ ਜਾਣਾ, ਤਿਨ ਸੁਖ ਪਾਇਆ ਜੋ ਪ੍ਰਭ ਪਾਣਾ। ਜੋ ਸੰਸਾਰ ਦੇ ਉੱਤੇ ਹਰ ਇੱਕ ਸੋਗ ਦੇ ਵਿੱਚ ਫਸਿਆ ਹੋਇਆ ਆਪਣਾ ਜੀਵਨ ਬਰਬਾਦ ਕਰੀ ਜਾ ਰਿਹਾ, ਉਹ ਭਾਈ ਮਰਦਾ ਜੰਮਦਾ ਰਹਿੰਦਾ ਹੈ। ਤਿੰਨ ਸੁਖ ਪਾਇਆ ਜੋ ਪ੍ਰਭ ਪਾਣਾ, ਜਿਸ ਨੇ ਪ੍ਰਮਾਤਮਾ ਨਿਰੰਕਾਰ ਦੇ ਭਾਣੇ ਨੂੰ, ਉਹਦੀ ਰਜ਼ਾ ਦੇ, ਉਹਦੇ ਹੁਕਮ ਨੂੰ ਮੰਨ ਲਿਆ, ਉਹ ਤਾਂ ਵੀ ਸਦਾ ਸੌਖੀ ਪਾਉਂਦਾ ਹੈ। ਅਗਨ ਸਾਗਰ ਮਹਾ ਵਿਆਪੇ ਮਾਇਆ, ਸੇ ਸੀਤਲ ਜਿਨ ਸਤਿਗੁਰ ਪਾਇਆ। ਜਿਹੜੀ ਇਹ ਤ੍ਰਿਸ਼ਨਾ ਦੀ ਅੱਗ ਦਾ ਸਮੁੰਦਰ ਜਿਹੜਾ ਹੈ, ਇਹ ਸਾਰਾ ਸੰਸਾਰ ਇਹਦੇ ਵਿੱਚ ਗੁਲਤਾਨ ਹੋਇਆ ਹੈ, ਸਾਰਾ ਸੰਸਾਰ ਇਹਦੇ ਵਿੱਚ ਗੁਲਤਾਨ ਹੋਇਆ ਫਸਿਆ ਹੋਇਆ ਹੈ। ਪਰ ਕਹਿੰਦੇ ਜਿਨ੍ਹਾਂ ਨੂੰ ਕਿਰਪਾ ਤੇਰੀ ਹੋ ਗਈ, ਉਸ ਇਸ ਨੂੰ ਪਹਿਚਾਣ ਗਏ, ਉਹਨਾਂ ਨੇ ਤੇਰੇ ਨਾਮ ਦਾ ਜਹਾਜ਼ ਬਣਾ ਲਿਆ, ਉਹਨਾਂ ਨੇ ਬੋਹਿਤ ਬਣਾ ਲਿਆ, ਤੋਲਾ ਬਣਾ ਲਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਫਿਰ ਭਵ ਸਾਗਰ ਤੂੰ ਇਹ ਦੂਤ ਸੰਸਾਰ ਦੇ ਵਿੱਚ ਰਹਿੰਦੇ ਵੀ ਆਪਣੇ ਆਪ ਨੂੰ ਕਮਲ ਦੇ ਫੁੱਲ ਵਾਂਗੂ ਨਿਰਲੇਪ ਰੱਖਦੇ ਨੇ, ਤਾਂ ਉਹਨਾਂ ਨੇ ਉਹ ਸਤਿਗੁਰ ਸੱਚੇ ਨੂੰ ਪਾਤਸ਼ਾਹ ਨੂੰ ਪਾ ਲਿਆ, ਜਿਹਦੇ ਕੋਲੋਂ ਉਹਨਾਂ ਨੂੰ ਅਤਿਅੰਤ ਸੀਤਲਤਾ ਪ੍ਰਾਪਤ ਹੋਈ। ਰਾਖ ਲੈ ਪ੍ਰਭ ਰਾਖਣ ਹਾਰਾ, ਕਹੋ ਨਾਨਕ ਕਿਆ ਜੰਤ ਵਿਚਾਰਾ। ਰੱਖ ਲੈ ਮੇਰੇ ਵਰਖਣ ਹਾਰੇ ਨਿਰੰਕਾਰ ਵਾਹਿਗੁਰੂ ਜਿਉ ਮੈਨੂੰ ਰੱਖ ਲੈ, ਜਿੱਦਾਂ ਆਪ ਜੀ ਨੂੰ ਭਾਉਂਦਾ ਹੈ ਉਦਾਂ ਹੀ ਰੱਖ ਲਾ। ਕਹੋ ਨਾਨਕ ਕਿਆ ਜੰਤ ਵਿਚਾਰਾ ਹੈ ਵਾਹਿਗੁਰੂ, ਸਾਡੇ ਹੱਥ ਦੇ ਵਿੱਚ ਕੀ ਆ? ਕੁਛ ਵੀ ਨਹੀਂ। ਅਸੀਂ ਤਾਂ ਤਮਾਸ਼ਗੀਰ 4 ਦਿਨ ਤਮਾਸ਼ਾ ਕਰਨ ਵਾਸਤੇ ਸੰਸਾਰ ਦੇ ਉੱਤੇ ਆਏ ਹਾਂ। ਇਹ ਤਾਂ ਆਪ ਦੀ ਰਜ਼ਾ ਹੈ ਸਤਿਗੁਰ, ਕਿਸ ਰੂਪ ਦੇ ਵਿੱਚ ਤੁਸੀਂ ਰੱਖਣਾ ਚਾਹੁੰਦੇ ਹੋ। ਪਰ ਮੇਰੇ ਵਾਹਿਗੁਰੂ ਮੇਰੀ ਅਰਦਾਸ ਹੈ ਤੇਰੇ ਮੂਹਰੇ, ਮੇਰੇ ਨਿਰੰਕਾਰ ਜੀ ਮੇਰੀ ਡੰਡੌਤ ਆਪ ਜੀ ਦੇ ਅੱਗੇ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਹੀ ਰੱਖੀ। ਇਦਾਂ ਦੀਆਂ ਆਪ ਅਰਦਾਸਾਂ ਕਰਾਂਗੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਖੁਸ਼ ਹੋ ਜਾਣਗੇ, ਪ੍ਰਵਾਨ ਕਰ ਲਵਣਗੇ ਤੇ ਸਾਡਾ ਫਿਰ ਜਨਮ ਮਰਨ ਖਤਮ ਕਰ ਦੇਣਗੇ। ਗੌੜੀ ਮਹੱਲਾ ਪੰਜਵਾਂ, ਤੁਮਰੀ ਕਿਰਪਾ ਤੇ ਜਪੀਏ ਨਾਉ, ਤੁਮਰੀ ਕਿਰਪਾ ਤੇ ਦਰਗਹਿ ਥਾਉ। हे ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਤੇਰੀ ਕਿਰਪਾ ਤੋਂ ਬਗੈਰ ਕੋਈ ਨਾਂ ਨਹੀਂ ਜਪ ਸਕਦਾ। ਤੇਰੀ ਕਿਰਪਾ ਤੋਂ ਬਗੈਰ ਨਾਮ ਪ੍ਰਗਟ ਹੀ ਨਹੀਂ ਹੁੰਦਾ ਵਾਹਿਗੁਰੂ ਜੀ। ਉਹ ਜਪਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਜਦੋਂ ਤੁਹਾਡੀ ਕਿਰਪਾ ਹੁੰਦੀ ਉਦੋਂ ਹੀ ਨਾਮ ਪ੍ਰਗਟ ਹੁੰਦਾ, ਉਦੋਂ ਹੀ ਜਪਣ ਦੀ ਜਾਚ ਆਉਂਦੀ ਹੈ। ਤੇ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਦਰਗਾਹ ਦੇ ਵਿੱਚ ਸਾਨੂੰ ਅਸਥਾਨ ਪ੍ਰਾਪਤ ਹੁੰਦਾ ਹੈ, ਜਦੋਂ ਆਪ ਜੀ ਦੀ ਕਿਰਪਾ ਹੁੰਦੀ ਹੈ। ਤੁਝ ਬਿਨ ਪਾਰ ਭਰਮ ਨਹੀਂ ਕੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ। ਸਤਿਗੁਰ ਜੀ ਤੁਹਾਡੇ ਬਗੈਰ ਕੋਈ ਨਹੀਂ, ਪਾਰ ਬ੍ਰਹਮ ਵਾਹਿਗੁਰੂ ਨਿਰੰਕਾਰ ਤੁਹਾਡੇ ਬਗੈਰ ਕੋਈ ਨਹੀਂ ਹੋਰ ਦੂਜਾ ਜਿਹੜਾ ਕਿ ਸੁਖ ਦੇ ਸਕਦਾ ਹੋਵੇ। ਕਹਿੰਦੇ ਜਦੋਂ ਤੁਹਾਡੀ ਕਿਰਪਾ ਹੋ ਜਾਂਦੀ ਜਿਹਦੇ ਜੀਵ ਦੇ ਉੱਤੇ, ਉਸ ਨੂੰ ਵੀ ਸਦਾ ਸੁਖ ਮਿਲਦਾ ਹੈ। ਉਦੋਂ ਤੁਸੀਂ ਉਸ ਨੂੰ ਸਦਾ ਸੁਖ ਦਿੰਦੇ ਹੋ ਤੇ ਉਹ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ। ਰਹਾਉ ਤੁਮ ਮਨ ਵਸੈ ਤੋਂ ਦੁਖ ਨ ਲਾਗੈ, ਤੁਮਰੀ ਕਿਰਪਾ ਤੇ ਪਰਮ ਭਉ ਪਾਗੈ। ਤੁਸੀਂ ਸਤਿਗੁਰ ਜੀ ਤੁਹਾਡਾ ਨਾਮ ਜਿਹੜਾ ਜਦੋਂ ਮਨ ਦੇ ਵਿੱਚ ਆਣ ਕੇ ਵਸ ਗਿਆ, ਤੁਹਾਡੀ ਸੇਵਾ ਚੰਗੀ ਲੱਗਣੀ ਸ਼ੁਰੂ ਹੋ ਗਈ, ਤਾਂ ਫਿਰ ਉੱਤੇ ਕੋਈ ਜਮਾਂ ਦਾ ਤੇ ਮਾਇਆ ਦੇ ਤੱਤਾਂ ਦਾ ਕੋਈ ਦੁੱਖ ਨਹੀਂ ਸਾਨੂੰ ਲੱਗ ਸਕਦਾ, ਕਿਉਂਕਿ ਤੁਸੀਂ ਰੱਖਣ ਵਾਲੇ ਬਣ ਜਾਂਦੇ ਹੋ ਸਾਡੇ। ਤੁਮਰੀ ਕਿਰਪਾ ਤੇ ਭਰਮ ਭਉ ਪਾਗੈ, ਕਹਿੰਦੇ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਨਾਮ ਦੀ ਮਹਿਮਾ ਦੇ ਨਾਲ ਇਹ ਜਿਹੜੇ ਭਰਮ ਨੇ ਤੇ ਜਿਹੜੇ ਮਾੜੇ ਭਾਗ ਨੇ ਸਾਰੇ ਭੱਜ ਜਾਂਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਦੌੜ ਜਾਂਦੇ ਨੇ। ਪਾਰ ਬ੍ਰਹਮ ਅਪਰੰਪਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ। ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਆਪ ਅਪਰੰਪਰ, ਜਿਹਦਾ ਆਦ ਤੇ ਅੰਤ ਨਹੀਂ ਪਾਇਆ ਜਾ ਸਕਦਾ, ਉਹ ਸਾਰੇ ਸੰਸਾਰ ਦਾ ਸੁਆਮੀ ਹੈ, ਉਹ ਸਾਰਿਆਂ ਦਾ ਪ੍ਰਤਪਾਲਕ ਹੈ। ਤੇ ਉਹ ਸਗਲ ਕਟਾ ਕੇ ਅੰਤਰਜਾਮੀ ਹੈ, ਸਾਰੇ ਜੀਵਾਂ ਨੂੰ ਅੰਦਰੋਂ ਬਾਹਰੋਂ ਜਾਣਨ ਵਾਲੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਹਨ। ਕਰੂੰ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੈ ਸਚ ਰਾਸ। ਆਓ ਸੰਸਾਰ ਦੇ ਜੀਵੋ ਰਲ ਕੇ ਆਪਾਂ ਅਰਦਾਸ ਕਰੀਏ ਸਤਿਗੁਰ ਦੇ ਚਰਨਾਂ ਦੇ ਵਿੱਚ। ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਆਪਣੇ ਪ੍ਰੀਤਮ ਦੇ ਚਰਨਾਂ ਦੇ ਵਿੱਚ ਡੰਡੌਤ ਕਰੋ, ਹੱਥ ਜੋੜ ਕੇ ਨਿਮਰਤਾ ਦੇ ਵਿੱਚ ਆ ਕੇ, ਜਨ ਬਣ ਕੇ, ਮਨ ਤਨ ਇਕਾਗਰ ਕਰਕੇ, ਦਾਸ ਬਣ ਕੇ ਅਰਦਾਸ ਕਰੋ, ਕਿਹੜੀ? ਨਾਨਕ ਨਾਮ ਮਿਲੇ ਸਚ ਰਾਸ। हे ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਮੇਰੇ ਤੇ ਕਿਰਪਾ ਕਰੋ, ਤੁਸੀਂ ਮੈਨੂੰ ਨਾਮ ਦੀ ਪੂੰਜੀ ਦੇ ਦੇਵੋ। ਗੌੜੀ ਮਹੱਲਾ ਪੰਜਵਾਂ, ਕਣ ਬਿਨਾ ਜੈਸੇ
ਥੋਥਰ ਤੁਖਾ ਨਾਮ ਬਿਹੂਨ ਸੁਨੇ ਸੇ ਮੁਖਾ। ਕਹਿੰਦੇ ਜਿਸ ਵੇਲੇ ਖੇਤ ਦੇ ਵਿੱਚੋਂ ਜਿਹੜਾ ਜ਼ਿਮੀਂਦਾਰ ਹੈ ਉਹ ਕਣਕ ਵੱਢ ਕੇ ਲੈ ਆਉਂਦਾ, ਫਿਰ ਉਹਦੇ ਵਿੱਚੋਂ ਜਿਹੜੇ ਕਣਕ ਦੇ ਉੱਤੇ ਜਿਹੜੇ ਛਿੱਲ ਹੁੰਦੀ ਆ ਉਹਦੇ ਵਿੱਚੋਂ ਦਾਣਾ ਕੱਢ ਲੈਂਦਾ, ਪਰ ਉਹ ਛਿੱਲ ਦੀ ਹੁਣ ਕੀਮਤ ਕੋਈ ਨਹੀਂ ਹੈ, ਕੋਈ ਨਹੀਂ ਜਾਣਦਾ। ਹਵਾ ਆਉਂਦੀ ਉਹ ਵੀ ਉਡਾ ਕੇ ਲੈ ਜਾਂਦੀ, ਮੀਂਹ ਆਉਂਦਾ ਰੋੜ ਕੇ ਲੈ ਜਾਂਦਾ, ਉਹ ਤਾਂ ਬਹੁਤ ਹਲਕਾ ਹੋ ਜਾਂਦਾ ਭਾਈ ਉਸ ਵੇਲੇ। ਜਿੰਨਾ ਚਿਰ ਉਹਦੇ ਅੰਦਰ ਦਾਣਾ ਉਹਦੀ ਕੀਮਤ ਹੈ, ਜਿਸ ਵੇਲੇ ਦਾਣਾ ਨਿਕਲ ਗਿਆ ਉਹਦੇ ਅੰਦਰ ਉਹ ਫਿਰ ਥੋਥਾ ਹੋ ਜਾਂਦਾ, ਖਤਮ ਹੋ ਜਾਂਦਾ। ਇਸੇ ਤਰ੍ਹਾਂ ਕਹਿੰਦੇ ਜਿਹੜੇ ਇਨਸਾਨ ਨੇ ਸੰਸਾਰ ਦੇ ਉੱਤੇ ਮਨੁੱਖ ਜੀਵ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਆ, ਉਹ ਤਾਂ ਇਸ ਤਰ੍ਹਾਂ ਦੇ ਨੇ ਜਿੱਦਾਂ ਇਸ ਕਣਕ ਦੇ ਤੋਤ ਵਾਂਗੂ ਛਿਲੜ ਵਾਂਗੂ ਉਹ ਖਾਲੀ ਹਨ। ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇ ਬਿਗਾਨੀ। ਇਹ ਪ੍ਰੀਤਮ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਾਣੀ ਸੰਸਾਰ ਦੇ ਪ੍ਰਾਣੀ ਸੰਸਾਰ ਦੇ ਜੀਵ ਹਰ ਹਰ ਨਾਮ ਜਪੋ। ਉਹ ਪ੍ਰੀਤਮ ਵਾਹਿਗੁਰੂ ਦਾ ਸਦਾ ਨਾਮ ਜਪ ਸ਼ੁਕਰਾਨਾ ਕਰ ਉਹਦਾ, ਉਹਦੀਆਂ ਤੇ ਬਖਸ਼ੀਆਂ ਹੋਈਆਂ ਦਾਤਾਂ ਦਾ। ਦੇ ਰੋਗਤਾ ਸਾਨੂੰ ਪ੍ਰਾਪਤ ਹੋਈ, ਸ਼ੁਕਰਾਨਾ ਕਰ। ਮਨ ਆਨੰਦ ਦੇ ਵਿੱਚ ਹੋਇਆ, ਸ਼ੁਕਰਾਨਾ ਕਰ। ਸਾਡੀ ਬੁੱਧ ਉੱਚੀ ਸੱਚੀ ਹੋਈ, ਸ਼ੁਕਰਾਨਾ ਕਰ। ਸਾਡੇ ਅੰਦਰ ਅੰਮ੍ਰਿਤ ਚੱਲਣਾ ਸ਼ੁਰੂ ਹੋ ਗਿਆ, ਸ਼ੁਕਰਾਨਾ ਕਰ। ਸਾਨੂੰ ਵਾਹਿਗੁਰੂ ਦਾ ਨਾਮ ਜਪਣ ਦੀ ਵਿਧੀ ਆ ਗਈ, ਸ਼ੁਕਰਾਨਾ ਕਰ। ਨਾਮ ਪ੍ਰਗਟ ਹੋ ਗਿਆ, ਸ਼ੁਕਰਾਨਾ ਕਰ। ਕਹਿੰਦੇ ਹਰ ਵੇਲੇ ਸ਼ੁਕਰਾਨੇ ਦੇ ਵਿੱਚ ਜੁੜਿਆ ਰਹਿ, ਸ਼ੁਕਰ ਜੁੜਿਆ ਰਿਹਾ। ਇਸ ਕਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਦੁਬਾਰਾ ਪੜ੍ਹੋ ਕਰੀ। ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇ ਬਿਗਾਨੀ। ਮੈਂ ਭਾਵੁਕ ਬਹੁਤ ਹੋ ਜਾਂਦਾ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਦਾਂ ਦੇ ਬਚਨ ਕਰਦੇ ਨੇ। ਮੇਰੇ ਅੰਦਰੋਂ ਅਰਦਾਸਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਆਪਣੇ ਵਾਸਤੇ ਕਿ ਮੇਰੇ ਵਰਗਾ ਪਾਪੀ ਕੋਈ ਨਹੀਂ ਸੰਸਾਰ ਤੇ। ਬਸ ਉਹ ਜਦੋਂ ਮੈਂ ਅਰਦਾਸਾਂ ਕਰਦਾ ਤੇ ਅਰਥ ਗੁਰੂ ਜੀ ਕਰਵਾ ਰਹੇ ਨੇ, ਪਰ ਮੈਨੂੰ ਲੱਗਦਾ ਕਿ ਮੈਂ ਸਤਿਗੁਰ ਦੇ ਮੂਹਰੇ ਹੁਣ ਆਪਣੀ ਬਿਲਵਤਾ ਆਪਣਾ ਹੀ ਰੋਣਾ ਸ਼ੁਰੂ ਕਰ ਦਿੰਦਾ। ਸੋ ਇਸ ਕਰਕੇ ਭਾਈ ਕਈ ਵਾਰੇ ਉਹ ਲਾਈਨ ਦਾ ਮੈਨੂੰ ਸਤਿਗੁਰ ਦੀ ਤੁਖ ਦਾ ਚਿੱਤਾ ਭੁੱਲ ਜਾਂਦਾ। ਸੋ ਇੱਥੇ ਨਿਰੰਕਾਰ ਕਹਿੰਦੇ ਨੇ, ਹੇ ਸੰਸਾਰ ਦੇ ਪ੍ਰਾਣੀਓ ਲੋਕੋ, ਨਿਤ ਹਰ ਰੋਜ਼ ਉਹ ਪ੍ਰਮਾਤਮਾ ਦੀ ਵਡਿਆਈ ਕਰੋ, ਉਹ ਪ੍ਰਮਾਤਮਾ ਦੇ ਗੁਣ ਗਾਵੋ। ਕਹਿੰਦੇ ਇਹ ਜਿਹੜੀ ਦੇਹ ਹੈ ਨਾ, ਨਾਮ ਵਿਹੂਣ ਤ੍ਰਿਗ ਦੇਹ ਬਿਗਾਨੇ। ਕਹਿੰਦੇ ਇਹ ਜਿਹੜੀ ਤ੍ਰਿਗ ਹੈ, ਤ੍ਰਿਗ ਦਾ ਮਤਲਬ ਹੁੰਦਾ ਜਿਹਦਾ ਕੋਈ ਫਾਇਦਾ ਨਾ ਹੋਵੇ, ਜਿਹੜੇ ਲੋਕ ਵੀ ਉਹਨੂੰ ਨਾ ਪਸੰਦ ਕਰਦੇ ਹੋਣ। ਇਸ ਤਰ੍ਹਾਂ ਕਹਿੰਦੇ ਇਹ ਜਿਹੜੀ ਤੇਰੀ ਦੇਹ ਹੈ ਇਸ ਤਰ੍ਹਾਂ ਸੰਸਾਰ ਤੇ ਹੋ ਜਾਵੇਗੀ ਜੇ ਤੇਰੇ ਅੰਦਰ ਉਹ ਨਾਮ ਵਿਹੂਣ, ਨਾਮ ਨਾ ਹੋਇਆ ਤੇਰੇ ਅੰਦਰ ਸਤਿਗੁਰ ਦਾ ਗਿਆਨ ਨਾ ਹੋਇਆ, ਤੂੰ ਅਗਿਆਨੀ ਪੁਰਸ਼ ਅਖਵਾ ਕੇ ਤੇਰੀ ਜਿਹੜੀ ਦੇਹ ਉਹ ਤ੍ਰਿਗ ਹੈ। ਰਹਾਉ ਨਾਮ ਬਿਨਾ ਨਾਹੀ ਮੁਖ ਭਾਗ ਪਰਤ ਬਿਹੂਨ ਕਹਾਂ ਸੁਹਾਗ। ਕਹਿੰਦੇ ਨੇ ਨਾਮ ਤੋਂ ਬਗੈਰ ਜਿਹੜਾ ਮੁਖ ਵੀ ਆ ਇਹ ਵੀ ਭਾਗਾਂ ਵਾਲਾ ਨਹੀਂ ਹੁੰਦਾ, ਕਿਉਂਕਿ ਬੋਲਣ ਦੀ ਜਾਚ ਉਹਨੂੰ ਆਏਗੀ ਜਿਹਦੇ ਅੰਦਰ ਨਾਮ ਹੋਏਗਾ। ਪ੍ਰੇਮ ਦੀ ਭਾਸ਼ਾ ਉਹੀ ਜਾਣੇਗਾ ਜਿਹੜਾ ਪ੍ਰੇਮ ਦੇ ਵਿੱਚ ਰੰਗਿਆ ਹੋਏਗਾ। ਸੋ ਕਹਿੰਦੇ ਇਹ ਜਿਹੜਾ ਮੂੰਹ ਵੀ ਆ ਇਹ ਵੀ ਉੱਚੇ ਸੁੱਚੇ ਬਚਨ ਨਹੀਂ ਕਰੇਗਾ ਜੇ ਤੇਰੇ ਪਾਸ ਉਹ ਨਿਰੰਕਾਰ ਦਾ ਨਾਮ ਨਹੀਂ ਹੈ। ਪਰਤ ਬਿਹੂਣ ਕਹਾਂ ਸੁਹਾਗ, ਜਿਸ ਤਰ੍ਹਾਂ ਪਤੀ ਤੋਂ ਬਗੈਰ ਔਰਤ ਜਿਹੜੀ ਹੈ ਸੁਹਾਗ ਦੇ ਸਾਰੇ ਗਹਿਣੇ ਪਾਲਵੇ ਸਭੇ ਵਿਅਰਥ ਹੁੰਦੇ ਨੇ। ਤੇ ਕਹਿੰਦੇ ਵੀ ਜਿੱਦਾਂ ਪਤੀ ਤੋਂ ਬਿਨਾਂ ਇਸਤਰੀ ਨੂੰ ਸੁਹਾਗ ਪ੍ਰਾਪਤ ਨਹੀਂ ਹੋ ਸਕਦਾ, ਇਸੇ ਤਰ੍ਹਾਂ ਨਾਮ ਤੋਂ ਬਗੈਰ ਮੁਖ ਵੀ ਭਾਗਾਂ ਵਾਲਾ ਨਹੀਂ ਬਣ ਸਕਦਾ। ਨਾਮ ਵਿਸਾਰ ਲਗੇ ਅਨਸਵਾਏ ਤਾਂ ਕੀ ਆਸ ਨਾ ਪੂਜੈ ਕਾਏ। ਨਾਮ ਨੂੰ ਛੱਡ ਕੇ ਇਹ ਜਿਹੜਾ ਭੁੱਲਿਆ ਹੋਇਆ ਜੀਵ ਹੈ ਹੋਰ ਸਵਾਦਾਂ ਦੇ ਮਗਰ ਲੱਗਾ ਤੁਰਿਆ ਫਿਰਦਾ। ਸਵਾਏ ਕਹਿੰਦੇ ਨੇ ਸਵਾਦਾਂ ਨੂੰ, ਕਹਿੰਦੇ ਉਹਦੀ ਆਸ ਕਿਤੇ ਨਹੀਂ ਪੁੱਜਣੀ। ਕੋਈ ਉਹਦੀ ਮਨ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਨਾ ਤਾਂ ਪੁੱਜਣੀ ਹੈ ਤੇ ਨਾ ਹੀ ਉਹ ਪੂਰੀ ਹੋਣੀ ਹੈ। ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ। ਇਹ ਮੇਰੇ ਨਿਰੰਕਾਰ ਹੁਣ ਕਰ ਕਿਰਪਾ, ਮਿਹਰ ਕਰ ਦਿਆਲੂ। ਕਹਿੰਦੇ ਮੈਨੂੰ ਆਪਣੀ ਦਾਤ ਬਖਸ਼ ਦੇ। ਦਾਤ ਕਿਹੜੀ? ਨਾਨਕ ਨਾਮ ਜਪੇ ਦਿਨ ਰਾਤ। ਇਹ ਦਾਤ ਮੈਨੂੰ ਦੇ ਦੇ। ਦਿਨ ਰਾਤ ਮੈਂ ਤੇਰੀ ਬੰਦਗੀ ਦੇ ਵਿੱਚ ਲੱਗਾ ਰਹਾ, ਤੇਰੀ ਸਿਫਤ ਦੇ ਵਿੱਚ ਲੱਗਾ ਰਹਾ। ਸਤਿਗੁਰ ਤੇਰੇ ਹੁਕਮ ਦੇ ਵਿੱਚ ਚੱਲਾਂ, ਤੇਰੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਾਂ। ਗੌੜੀ ਮਹਲਾ ਪੰਜਵਾਂ। ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ
ਸਭ ਕਿਛ ਤੁਮ ਤੇ ਤੂੰ ਅੰਤਰ ਜਾਮੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਸਨਮੁਖ ਹੋ ਕੇ ਬੇਨਤੀ ਕਰਿਆ ਕਰੋ ਭਾਈ। ਜੇ ਕਿਤੇ ਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਆਪਾਂ ਨੂੰ ਦਰਸ਼ਨ ਵੀ ਨਾ ਹੋਣ, ਫਿਰ ਵੀ ਅਨੁਭਵ ਕਰਿਆ ਕਰੋ ਕਿ ਗੁਰੂ ਮੇਰੇ ਸੰਗ ਸਦਾ ਹੈ, ਨਾਲੇ ਗੁਰੂ ਮੇਰਾ ਸਦਾ ਮੇਰੇ ਨਾਲ ਹੈ। ਜਦੋਂ ਵੀ ਚਿੱਤ ਕਰਦਾ, ਕਦੀ ਕਿਸੇ ਤਰ੍ਹਾਂ ਕੋਈ ਮਨ ਦੇ ਵਿੱਚ ਉਤਰਾਅ ਚੜ੍ਹਾਅ ਆਉਂਦਾ, ਅਰਦਾਸ ਕਰੋ ਸਤਿਗੁਰ ਦੇ। ਇਹ ਸਾਰੀਆਂ ਚਿੰਤਾ ਦੇ ਰੋਗ ਨਿਰੰਕਾਰ ਉਸੇ ਵੇਲੇ ਹੀ ਖਤਮ ਕਰ ਦਿੰਦੇ ਨੇ। ਤੇ ਇੱਥੇ ਵੀ ਜੀਵ ਕਹਿੰਦਾ ਵੀ ਤੂੰ ਸਮਰੱਥ, ਤੂੰ ਸਰਬ ਕਲਾ ਭਰਪੂਰ ਹੈ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ, ਮੇਰੇ ਸੁਆਮੀ ਜੀਓ। ਸਭ ਕੁਝ ਤੁਮ ਤੇ ਤੂੰ ਅੰਤਰਜਾਮੀ। ਜੋ ਕੁਝ ਵੀ ਸੰਸਾਰ ਦੇ ਉੱਤੇ ਹੋ ਰਿਹਾ, ਅੰਤਰਜਾਮੀ ਸਾਰਿਆਂ ਦੇ ਜਾਣਨ ਵਾਲੇ ਵਾਹਿਗੁਰੂ ਜੀ ਤੇਰੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸਰਣ ਉਦਰੇ ਜਨ ਕੋਟ। ਤੇਰੇ ਸੇਵਕਾਂ ਨੂੰ ਪਾਰ ਬ੍ਰਹਮ ਜੀ ਆਪ ਜੀ ਦੀ ਹੀ ਪੂਰੀ ਓਟ ਹੈ, ਆਸਰਾ ਹੈ। ਤੇਰੀ ਸਰਣ ਉਦਰੇ ਜਨ ਕੋਟ, ਤੇਰੀ ਸ਼ਰਨ ਦੇ ਵਿੱਚ ਪਏ ਤਾਂ ਵੱਡੇ ਵੱਡੇ ਜਿਹੜੇ ਘਨੇਰੇ ਪਾਪਾਂ ਵਾਲੇ ਹੁੰਦੇ ਨੇ ਉਹ ਵੀ ਤਰ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਘਨੇਰੇ ਸੁੱਖ ਵੀ ਪ੍ਰਾਪਤ ਹੋ ਜਾਂਦੇ ਹਨ, ਬਹੁਤ ਸੁੱਖ ਪ੍ਰਾਪਤ ਹੋ ਜਾਂਦੇ ਹਨ। ਰਹਾਉ ਜੀਤੇ ਜੀ ਤੇ ਸਭ ਤੇਰੇ, ਤੁਮਰੀ ਕਿਰਪਾ ਤੇ ਸੁਖ ਕਨੇਰੇ। ਹੁਣ ਉਤਰੇ ਇੱਕ ਵਾਰ ਫਿਰ ਬਚਨ ਕਰ ਲਈਏ। ਪਾਰ ਬ੍ਰਹਮ ਪੂਰਨ ਜਨਿਓੜ, ਤੇਰੀ ਸ਼ਰਨ ਉਧਰੇ ਜਨ ਕੋਟ। ਕਰੋੜਾਂ ਇਸ ਸੰਸਾਰ ਦੇ ਜੀਵ ਤੇਰੀ ਸ਼ਰਨ ਦੇ ਵਿੱਚ ਜਿਹੜੇ ਆ ਜਾਂਦੇ ਨੇ, ਤੇਰੇ ਨਾਲ ਜੁੜ ਜਾਂਦੇ ਨੇ, ਉਹ ਭਵਸਾਗਰ ਤੋਂ ਪਾਰ ਹੋ ਜਾਂਦੇ ਨੇ। ਜੇਤੇ ਜੀ ਤੇਤੇ ਸਭ ਤੇਰੇ, ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਓ। ਜਿੰਨੇ ਵੀ ਸੰਸਾਰ ਦੇ ਉੱਤੇ ਜੀਵ ਜੰਤੂ ਨੇ ਸਾਰੇ ਤੇਰੇ ਹੀ ਹਨ, ਤੇਰੇ ਹੀ ਸਾਰੇ ਸਾਜੇ ਹੋਏ ਨੇ। ਤੇਰੀ ਕਿਰਪਾ ਤੇ ਸੁੱਖ ਘਨੇਰੇ, ਤੁਹਾਡੀ ਕਿਰਪਾ ਦੇ ਨਾਲ ਸਾਰੇ ਸੁੱਖ ਇਸ ਸੰਸਾਰ ਨੂੰ ਪ੍ਰਾਪਤ ਹੁੰਦੇ ਨੇ। ਆਪ ਸਾਰੇ ਸੁੱਖਾਂ ਦੇ ਖਜ਼ਾਨੇ ਹੋ। ਜੋ ਕੁਛ ਵਰਤੈ ਜੋ ਕਿਛ ਵਰਤੈ ਸਭ ਤੇਰਾ ਪਾਣਾ, ਹੁਕਮ ਬੁਝੈ ਸੋ ਸੱਚ ਸਮਾਣਾ। ਜੋ ਕੁਛ ਵਰਤੇ ਸਭ ਤੇਰਾ ਪਾਣਾ। ਜੋ ਕੁਛ ਸੰਸਾਰ ਦੇ ਉੱਤੇ ਹੋ ਰਿਹਾ ਇਹ ਆਪ ਜੀ ਦੀ ਰਜ਼ਾ ਤੇ ਆਪ ਜੀ ਦੇ ਹੁਕਮ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ ਰਿਹਾ। ਹੁਕਮ ਬੁਝੇ ਸੋ ਸੱਚ ਸਮਾਣਾ। ਜਿਹੜਾ ਇਸ ਹੁਕਮ ਨੂੰ, ਇਸ ਰਜ਼ਾ ਨੂੰ, ਇਸ ਭਾਣੇ ਨੂੰ ਤੇ ਤੇਰੇ ਕੋਲੋਂ ਗਿਆਨ ਲਾ ਕੇ ਤੇਰੇ ਹੁਕਮ ਨੂੰ ਬੁੱਝ ਲੈਂਦਾ ਨਾ, ਉਹ ਵੀ ਸੱਚ ਸਰੂਪ ਬਣ ਜਾਂਦਾ ਤੇ ਸੱਚ ਦੇ ਵਿੱਚ ਹੀ ਸਮਾ ਜਾਂਦਾ ਹੈ। ਕਰ ਕਿਰਪਾ ਦੀਜੈ ਪ੍ਰਭ ਦਾਨ, ਨਾਨਕ ਸਿਮਰੈ ਨਾਮ ਨਿਧਾਨ। ਮੇਰੇ ਤੇ ਕਿਰਪਾ ਕਰੋ ਮੇਰੇ ਪ੍ਰੀਤਮ ਵਾਹਿਗੁਰੂ ਜੀ, ਮੈਨੂੰ ਆਪਣਾ ਦਾਨ ਦੇਵੋ। ਦਾਨ ਕਿਹੜਾ ਚਾਹੀਦਾ? ਨਾਨਕ ਸਿਮਰੇ ਨਾਮ ਨਿਧਾਨ। ਹੋਰ ਦਾਨ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਪਿਆਰੇ ਨੂੰ ਦਿੰਦੇ ਜਾਂਦੇ ਰਹੇ ਨੇ। ਆਹ ਬੜਾ ਘੱਟ ਆਪਾਂ ਮੰਗਦੇ ਆ ਸੱਚੇ ਜੀ। ਇੱਕ ਤਾਂ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਨਾਮ ਦੇ ਖਜ਼ਾਨੇ ਬਖਸ਼ਿਸ਼ ਕਰ ਦਿਓ। ਖਜ਼ਾਨੇ ਬਖਸ਼ਿਸ਼ ਕਰ ਦਿਓ। ਨਾਮ ਦੇ 9 ਨਿਧੀਆਂ ਖਜ਼ਾਨੇ ਜਿਹੜੇ ਨੇ ਸੁੱਖਾਂ ਦੇ ਖਜ਼ਾਨੇ ਨੇ, ਇਹ ਕਿਰਪਾ ਕਰੋ ਨਾਮ ਦੇ ਨਾਲ ਨਾਲ ਇਹ ਵੀ ਮੈਨੂੰ ਬਖਸ਼ ਦਿਓ। ਮੈਂ ਸਦਾ ਹੀ ਆਨੰਦ ਦੇ ਵਿੱਚ ਬੈਠ ਕੇ ਤੇਰੇ ਨਾਮ ਨੂੰ ਆਰਾਧਦਾ ਰਹਾਂ, ਜਪਦਾ ਰਹਾਂ। ਗੌੜੀ ਮਹਲਾ ਪੰਜਵਾਂ, ਤਾਂ ਕਾ ਦਰਸ ਪਾਈਏ ਵਡ ਭਾਗੀ, ਜਾ ਕੀ ਰਾਮ ਨਾਮ ਲਿਵ ਲਾਗੀ। ਕਹਿੰਦੇ ਉਹ ਜਿਹੜੇ ਐਸੇ ਸੰਸਾਰ ਦੇ ਉੱਤੇ ਜੀਵ ਜਿਹੜੇ ਨੇ ਨਾ, ਜਿਹੜੇ ਸੱਚਮੁੱਚ ਹੀ ਪ੍ਰਮਾਤਮਾ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਦਰਸ, ਉਹਨਾਂ ਦੀ ਸੰਗਤ ਵੱਡੇ ਭਾਗਾਂ ਦੇ ਨਾਲ ਹੀ ਭਾਈ ਪ੍ਰਾਪਤ ਹੁੰਦੀ ਹੈ। ਵੱਡੇ ਭਾਗਾਂ ਦੇ ਨਾਲ ਹੀ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਉਹ ਤਾਂ ਆਪਣੇ ਆਪ ਨੂੰ ਪ੍ਰਗਟ ਹੀ ਨਹੀਂ ਕਰਨਾ ਚਾਹੁੰਦੇ, ਘਰਾਂ ਚੋਂ ਹੀ ਬਾਹਰ ਨਹੀਂ ਨਿਕਲਣਾ ਚਾਹੁੰਦੇ, ਜਾਂ ਜਿਹੜੇ ਉਹਨਾਂ ਦੇ ਸਥਾਨ ਜਿੱਥੇ ਬੈਠ ਕੇ ਬੰਦਗੀ ਕਰਦੇ, ਕਿਉਂਕਿ ਬੰਦਗੀ ਹੈ ਹੀ ਇੰਨੀ ਪਿਆਰੀ, ਉਹ ਤੋਂ ਇਲਾਵਾ ਹੋਰ ਸੰਸਾਰ ਦੇ ਉੱਤੇ ਕੋਈ ਪਿਆਰਾ ਹੈ ਹੀ ਨਹੀਂ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਉਹਨਾਂ ਦਾ ਹੁਣ ਗਿਆਨ ਦਿੰਦੇ ਨੇ। ਵਾਹਿਗੁਰੂ ਦੇ ਜਿਹੜੇ ਬਖਸ਼ੇ ਹੋਏ ਨੇ ਉਹਨਾਂ ਦੀ ਮਹਿਮਾ ਕਰਨ ਲੱਗੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ। ਕਹਿੰਦੀ ਜਿਨ੍ਹਾਂ ਦੀ ਹਰ ਵੇਲੇ ਉਹ ਪ੍ਰੀਤਮ ਵਾਹਿਗੁਰੂ ਨਾਲ ਲਿਵ ਲੱਗੀ ਰਹਿੰਦੀ ਹੈ, ਉਹਨਾਂ ਦਾ ਦਰਸ਼ਨ ਤਾਂ ਵੱਡੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਜਾਂ ਕੈ ਹਰ ਵਸਿਆ ਮਨ ਮਾਹੀ, ਤਾਂ ਕੋ ਦੁੱਖ ਸੁਪਨੇ ਪੀ ਨਾਹੀ। ਜਿਨ੍ਹਾਂ ਦੇ ਹਿਰਦੇ ਵਿੱਚ ਪਤੀ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਵਸ ਗਿਆ, ਸੁਪਨੇ ਦੇ ਵਿੱਚ ਵੀ ਦੁੱਖ ਉਹਨਾਂ ਦੇ ਲਾਗੇ ਨਹੀਂ ਆ ਸਕਦਾ। ਰਹਾਉ ਸਰਬ ਨਿਧਾਨ ਰਾਖੇ ਜਨ ਮਾਹੇ, ਤਾਂ ਕੈ ਸੰਗ ਕਿਲ ਵਿਖ ਦੁਖ ਜਾਹੇ। ਜਿਹੜੇ ਸਰਬ ਨਿਧਾਨ ਸਾਰੇ ਖਜ਼ਾਨੇ, ਜਿਹੜੇ ਸੁੱਖਾਂ ਦੇ ਖਜ਼ਾਨੇ ਨੇ, ਰਾਖੇ ਜਨ ਮਾਹੇ ਨਿਰੰਕਾਰ ਆਪਣੇ ਪਿਆਰੇ ਦੇ, ਜਿਹੜਾ ਪਿਆਰਾ ਲੱਗਦਾ ਗੁਰਮੁਖ ਹੈ ਉਹਦੇ ਨੂੰ ਦੇ ਦਿੰਦੇ ਨੇ, ਆਪਣੇ ਸੇਵਕ ਨੂੰ ਸਾਰੇ ਖਜ਼ਾਨੇ ਦੇ ਦਿੰਦੇ ਨੇ।
ਤਾਂ ਕਿ ਸੰਗ ਕਿਲਵਖ ਦੁੱਖ ਜਾਏ। ਕਹਿੰਦੇ ਉਸ ਤਰ੍ਹਾਂ ਦੇ ਮਿਲਿਆਂ ਦੇ ਨਾਲ, ਉਸ ਤਰ੍ਹਾਂ ਦੇ ਜਿਹੜੇ ਪਿਆਰੇ ਨੇ ਜਿਨ੍ਹਾਂ ਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ, ਉਹਨਾਂ ਨੂੰ ਮਿਲਦਿਆਂ ਸਾਰੇ ਪਾਪ ਦੁੱਖ ਨੱਠ ਜਾਂਦੇ ਹਨ, ਨਿਵਰਤ ਹੋ ਜਾਂਦੇ ਨੇ। ਜਨ ਕੀ ਮਹਿਮਾ ਕਥੀ ਨ ਜਾਏ, ਪਾਰ ਭਰਮ ਜਨ ਰਿਹਾ ਸਮਾਏ। ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਭਾਈ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਪਾਰ ਬ੍ਰਹਮ ਜਨ ਰਿਹਾ ਕਿਉਂ ਸਮਾਏ, ਕਹਿੰਦੇ ਕਿਉਂਕਿ ਉਹ ਜਿਹੜੇ ਨੇ ਪਾਰ ਬ੍ਰਹਮ ਦੇ ਵਿੱਚ ਅਭੇਦ ਹੋ ਚੁੱਕੇ ਨੇ। ਉਹਨਾਂ ਦਾ ਇੱਕ ਰੂਪ ਪ੍ਰਮਾਤਮਾ ਦੇ ਨਾਲ, ਪਾਰ ਬ੍ਰਹਮ ਦੇ ਨਾਲ ਹੋ ਚੁੱਕਿਆ ਹੈ। ਕਰ ਕਿਰਪਾ ਪ੍ਰਭ ਬਿਨੋ ਸੁਨੀਜੈ, ਦਾਸ ਕੀ ਤੂਰ ਨਾਨਕ ਕਉ ਦੀਜੈ। ਇਹ ਮੇਰੇ ਦਿਆਲੂ ਕਿਰਪਾਲੂ, ਮੇਰੀ ਇੱਕ ਅਰਦਾਸ ਸੁਣ ਲਿਓ ਪਿਆਰਿਓ। ਸਤਿਗੁਰ ਜੀ ਮੇਰੀ ਇੱਕ ਬੇਨਤੀ ਸੁਣ ਲਿਓ। ਜਿਹੜੇ ਇਸ ਤਰ੍ਹਾਂ ਦੇ ਹਨ ਨਾ, ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਦੇ ਦੇਵੋ, ਮੈਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਨਿਵਾਸ ਦੇ ਦੇਵੋ। ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਸੇਵਾ ਕਰ ਕਰਕੇ ਉਹਨਾਂ ਦੀ ਧੂੜ ਹੀ ਬਣ ਜਾਵਾਂ। ਗੌੜੀ ਮਹੱਲਾ ਪੰਜਵਾਂ। ਹਰ ਸਿਮਰਤ ਤੇਰੀ ਜਾਏ ਬਲਾਏ, ਸਰਬਲ ਕਲਿਆਣ ਵਸੈ ਮਨ ਆਏ। ਇਸ ਸੰਸਾਰ ਦੇ ਗੁਰਮੁਖ ਪਿਆਰਿਓ, ਜਰਾ ਐਸ ਨੂੰ ਵੀ ਹਿਰਦੇ ਦੇ ਵਿੱਚ ਟਿਕਾਓ। ਕਹਿੰਦੇ ਹਰ ਸਿਮਰਤ ਪ੍ਰੀਤਮ ਨਿਰੰਕਾਰ ਦੀ ਬੰਦਗੀ ਕਰਨ ਦੇ ਨਾਲ ਸਾਰੀਆਂ ਬਲਾਵਾਂ ਤੇਰੀਆਂ, ਜਿਹੜੇ ਸਾਰੇ ਪਾਪ ਦੂਰ ਹੋ ਜਾਂਦੇ ਨੇ। ਇੱਥੇ ਤੱਕ ਜਨਮ ਮਰਨ ਦਾ ਵੱਡਾ ਦੁੱਖ ਜਿਹੜਾ ਹੈ, ਜਮਾਂ ਦੀ ਮਾਰ, ਉਹ ਵੀ ਦੂਰ ਹੋ ਜਾਂਦੀ ਹੈ। ਸਰਬ ਕਲਿਆਣ, ਕਲਿਆਣ ਕਹਿੰਦੇ ਨੇ ਸਾਰੇ ਕਲਿਆਣ, ਸੁੱਖ ਨੂੰ ਕਿਹਾ ਵੈਸੇ। ਸਤਿਗੁਰ ਕਹਿੰਦੇ ਨੇ ਸਾਰੇ ਸੁੱਖ ਤੇਰੇ ਮਨ ਦੇ ਵਿੱਚ ਆਣ ਕੇ ਵਸ ਜਾਵਣਗੇ। ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੇ ਕਾਮ। ਮੇਰੇ ਮਨਾ ਭਟਕਣਾ ਛੱਡ ਕੇ ਟਿਕਾ ਦੇ ਵਿੱਚ ਉਹ ਇੱਕੋ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪ, ਜਿਹੜਾ ਤੇਰੇ ਜੀ ਤੇਰੇ ਕੇ ਆਵੇ ਕਾਮ। ਇਹ ਤੇਰੀ ਜਿੰਦ ਨੂੰ ਜਿਹੜਾ ਕੰਮ ਆਉਣ ਵਾਲਾ ਨਾਮ ਹੈ, ਉਹ ਜਪ, ਜਿਹੜਾ ਉਹਦਾ ਇੱਥੇ ਸੰਸਾਰ ਤੇ ਪਰਲੋਕ ਦੇ ਵਿੱਚ ਵੀ ਸਹਾਇਕ ਹੁੰਦਾ ਹੈ। ਰਹਾਉ ਰਹਿਣ ਦਿਨ ਸਗੁਣ ਗਾਉ ਅਨੰਤਾ, ਗੁਰ ਪੂਰੇ ਕਾ ਨਿਰਮਲ ਮੰਤਾ। ਪੂਰੇ ਗੁਰਾਂ ਦੇ ਕੋਲੋਂ ਮੰਤਰ ਲੈ ਕੇ ਦਿਨ ਰਾਤ ਮੈਂ ਵਾਹਿਗੁਰੂ ਦੇ ਗੁਣ ਗਾਉਣਾ ਕਰਾਂ। ਗੁਰ ਪੂਰੇ ਕਾ ਨਿਰਮਲ ਮੰਤਾ। ਚਲੋ ਹਮ ਹੋ ਗਏ ਵਿੱਚ। ਛੋੜ ਉਪਾਵ ਏਕ ਟੇਕ ਰਾਖ, ਮਹਾ ਪਦਾਰਥ ਅੰਮ੍ਰਿਤ ਰਸ ਚਾਖ। ਹੋਰ ਸਾਰੇ ਭਰਮ ਛੱਡ ਕੇ, ਹੋਰ ਸਾਰੇ ਤਰੀਕੇ ਛੱਡ ਕੇ, ਧਾਗੇ ਤਵੀਤ ਛੱਡ ਕੇ, ਟੇਵੇ ਲਵਾਉਣੇ, ਬੜੀਆਂ ਮਸਾਲਾਂ ਪੁੰਨੀਆਂ ਕਹਿੰਦੇ ਛੱਡ ਕੇ, ਇੱਕ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ, ਸੰਸਾਰ ਦੇ ਕਰਤਾ, ਸੰਸਾਰ ਦੇ ਪ੍ਰਤਪਾਲਕ ਦੇ ਉੱਤੇ ਆਪਣੀ ਟੇਕ ਰੱਖ, ਆਪਣੀ ਆਸ ਰੱਖ। ਮਹਾ ਪਦਾਰਥ ਅੰਮ੍ਰਿਤ ਰਸ ਚਾਖ, ਉਸ ਦੇ ਕੋਲੋਂ ਜਿਹੜੇ ਤੈਨੂੰ ਪਦਾਰਥ ਪ੍ਰਾ ਹੋਣਗੇ ਬਖਸ਼ਿਸ਼, ਉਹ ਅਮਰ ਸਦਾ ਅਮਰ ਰਹਿਣਗੇ। ਪਹਿਲਾ ਪਦਾਰਥ ਜਿਹੜਾ ਹੈ ਅਮਰ ਰਹਿਣ ਵਾਲਾ, ਉਹ ਹੈ ਵਾਹਿਗੁਰੂ ਦਾ ਮੰਤਰ, ਵਾਹਿਗੁਰੂ ਨਿਰੰਕਾਰ ਦਾ ਨਾਮ। ਕਹਿੰਦੇ ਉਹਦੇ ਰਾਹੀਂ ਤੂੰ ਅੰਮ੍ਰਿਤ ਨੂੰ ਹੀ, ਆਪਣੇ ਅੰਦਰੋਂ ਹੀ ਅੰਮ੍ਰਿਤ ਨੂੰ ਪ੍ਰਗਟ ਕਰਕੇ ਚਖਣਾ ਕਰੇਗਾ। ਬਿਖਮ ਸਾਗਰ ਤੇ ਜਨ ਤਰੇ, ਨਾਨਕ ਜਾ ਕੋ ਨਦਰ ਕਰੇ। ਇਹ ਜਿਹੜਾ ਬਹੁਤ ਕਠਿਨ ਸੰਸਾਰ ਹੈ ਨਾ, ਇਹਨੂੰ ਸੰਸਾਰ ਨੂੰ ਬਹੁਤ ਵਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਦੂ ਰੂਪ ਦੇ ਵਿੱਚ ਆਖਿਆ। ਔਰ ਗਾਂ ਜਦੋਂ ਇਦਾਂ ਇਹ ਆਇਆ ਤਾਂ ਆਪਾਂ ਥੋੜਾ ਜਿਹਾ ਇਹਦੇ ਉੱਤੇ ਟਾਈਮ ਲਾਵਾਂਗੇ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਤੋਂ ਬਗੈਰ ਆਪਾਂ ਜੀ ਵੀ ਨਹੀਂ ਸਕਦੇ, ਇਦੂ ਸੰਸਾਰ ਦੇ ਵਿੱਚ ਵੀ ਨਹੀਂ ਜੀ ਸਕਦੇ। ਇਹ ਦੋਨੋਂ ਖੇਡਾਂ ਕਿੱਦਾਂ ਸਤਿਗੁਰਾਂ ਨੇ ਵਰਤਾਈਆਂ, ਇਹਦਾ ਜ਼ਰੂਰ ਆਪਾਂ ਜਦੋਂ ਨਿਰੰਕਾਰ ਜੀ ਮਤ ਥੋੜੀ ਜੀ ਉੱਚੀ ਸੁੱਚੀ ਹੋਰ ਕਰਨਗੇ, ਫਿਰ ਇਹਦਾ ਆਪਾਂ ਇੱਕ ਦੂਜੇ ਨਾਲ ਪ੍ਰੇਮ ਦੀ ਸਾਂਝ ਪਾਵਾਂਗੇ। ਨਿਰੰਕਾਰ ਦੀ ਕਿਰਪਾ ਦੇ ਨਾਲ, ਆਪਣੀ ਕਿਰਪਾ ਦੇ ਨਾਲ ਨਹੀਂ, ਨਿਰੰਕਾਰ ਦੀ ਕਿਰਪਾ ਨਾਲ। ਕਹਿੰਦੇ ਜਿੱਥੇ ਵਾਰ-ਵਾਰ ਸਤਿਗੁਰ ਸੰਸਾਰ ਨੂੰ ਬੜੇ ਰੂਪਾਂ ਦੇ ਵਿੱਚ, ਬੜੇ ਭਿਆਨਕ ਰੂਪਾਂ ਦੇ ਵਿੱਚ ਸੰਸਾਰ ਨੂੰ ਦੱਸਦੇ ਨੇ। ਕਹਿੰਦੇ ਨੇ ਇਹ ਬਿਖਮ ਸਾਗਰ ਉਹੀ ਇਦੂ ਸੰਸਾਰ ਦੇ ਉੱਤੇ ਤਰ ਸਕਦਾ ਹੈ ਜਿਹਦੇ ਉੱਤੇ ਨਿਰੰਕਾਰ ਰਹਿਮਤ ਕਰਦੇ ਨੇ, ਮਿਹਰ ਕਰਦੇ ਨੇ। ਗੌੜੀ ਮਹੱਲਾ ਪੰਜਵਾਂ। ਹਿਰਦੇ ਚਰਨ ਕਮਲ ਪ੍ਰਭ ਤਾਰੇ, ਪੂਰੇ ਸਤਿਗੁਰ ਮਿਲ ਨਿਸਤਾਰੇ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਤਿਗੁਰ ਦਾ ਨਾਮ ਸੰਪੂਰਨ ਰੂਪ ਦੇ ਉੱਤੇ ਜਾ ਕੇ ਟਿਕ ਗਿਆ, ਗੁਰ ਪੂਰੇ ਮਿਲੇ ਨਿਸਤਾਰੇ। ਉਸ ਹੁਣ ਦੇਖੋ ਫੇਰ ਸਤਿਗੁਰਾਂ ਨੇ ਇਸ ਸੰਸਾਰ ਨੂੰ ਇੱਕ ਹੋਰ ਵੱਖਰੇ ਰੂਪ ਦੇ ਵਿੱਚ ਕਹਿ ਦਿੱਤਾ। ਕਹਿੰਦੇ ਇਹ ਵਿਅਰਥ ਸੰਸਾਰ ਜਿਹੜਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਉਸ ਇਦੂ ਸੰਸਾਰ ਤੋਂ ਜੀਵ ਤਰ ਜਾਵੇਗਾ, ਜਿਹਦੇ ਹਿਰਦੇ ਦੇ ਵਿੱਚ ਉਹ ਪ੍ਰਾਤਮ ਵਾਹਿਗੁਰੂ ਦਾ ਨਾਮ
ਐਨ ਟਿਕ ਗਿਆ ਜਾ ਕੇ। ਗੋਵਿੰਦ ਗੁਣ ਗਾਵੋ ਮੇਰੇ ਪਾਈ, ਮਿਲ ਸਾਧੂ ਹਰ ਨਾਮ ਤੇ ਆਈ। ਉਸ ਗੋਬਿੰਦ ਦੇ ਗੁਣ ਗਾਈਏ। ਗੋ ਧਰਤੀ ਬਿੰਦ ਪ੍ਰਤਪਾਲਕ ਉਹਦਾ। ਵਾਰ-ਵਾਰ ਮੈਂ ਬੇਨਤੀ ਕਰਦੇ ਆਪ ਜੀ ਦੇ ਚਰਨਾਂ ਦੇ ਵਿੱਚ, ਕਹਿੰਦੇ ਉਹਦੇ ਗੁਣ ਗਾਉਣਾ ਕਰੋ, ਜਿਹੜਾ ਸਾਰੀ ਧਰਤੀ ਦਾ ਮਾਲਕ ਹੈ, ਬਣਾ ਕੇ ਉਹਦੀ ਪ੍ਰਤਪਾਲਨਾ ਕਰ ਰਿਹਾ ਹੈ। ਮਿਲ ਸਾਧੂ ਹਰ ਨਾਮ ਤੇ ਆਈ। ਔਰ ਉਹ ਸਾਧੂ ਸੰਤਾਂ ਨਾਲ ਜਿਹੜੇ ਬਖਸ਼ੇ ਹੋਏ ਨੇ, ਉਹਨਾਂ ਦੇ ਨਾਲ ਬੈਠ ਕੇ, ਉਹਨਾਂ ਦੀ ਸੰਗਤ 'ਚ ਬੈਠ ਕੇ ਉਹ ਪ੍ਰੀਤਮ ਦਾ ਨਾਮ ਧਿਆਉਣਾ ਕਰੋ। ਰਹਾਉ ਦੁਲਬ ਦੇ ਹੋਈ ਪਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਆ ਜਿਹੜੀ ਸਾਡੀ ਦੁਰਲਭ ਦੇਹ ਹੈ, ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਜਨਮ ਧਾਰਨ ਕਰਨ ਤੋਂ ਬਾਅਦ ਇਹ ਸਾਨੂੰ ਦੇਹ ਪ੍ਰਾਪਤ ਹੋਈ। ਕਹਿੰਦੇ ਇਹ ਤੇਰੀ ਦੇਹ ਉਦੋਂ ਪ੍ਰਵਾਨ ਹੋਏਗੀ ਜਦੋਂ ਤੂੰ ਨਾਮ ਨਾਲ ਜੁੜ ਜਾਏਗਾ। ਕਹਿੰਦੇ ਇਸ ਕਰਕੇ ਇਹ ਸੰਸਾਰ ਦੇ ਜੀਵ ਇਹ ਦੁਰਲਭ ਦੋ ਮਨੁੱਖਾ ਦੇਹੀ ਨੂੰ ਪ੍ਰਮਾਣ ਕੁਰਲਾ ਵਾਹਿਗੁਰੂ ਦੇ ਚਰਨਾਂ ਦੇ ਨਾਮ ਦੇ ਨਾਲ ਵਾਹਿਗੁਰੂ ਦੇ ਦਰ ਘਰ ਦੇ ਉੱਤੇ ਪ੍ਰਵਾਨ ਹੋ ਜਾਵੇ, ਸਫਲ ਹੋ ਜਾਵੇ ਤੇ ਸਤਿਗੁਰ ਤੇ ਪਾਇਆ ਨਾਮ ਜਾਣ ਹੋਏਗੀ ਕਦੋਂ ਸਫਲ। ਕਹਿੰਦੇ ਜਿਸ ਸਤਿਗੁਰ ਨੇ ਤੇਰੇ ਤੇ ਕਿਰਪਾ ਕੀਤੀ, ਉਹਨਾਂ ਦੇ ਕੋਲੋਂ ਨਾਮ ਦੀ ਮੋਹਰ ਲਵਾਤੀ, ਤੂੰ ਦੇ ਦੇ ਉੱਤੇ ਨਿਸ਼ਾਨ। ਜਦੋਂ ਪਰਵਾਨਾ ਤੇਰਾ, ਤੈਨੂੰ ਨਿਸ਼ਾਨੀ ਦਾ ਪਰਵਾਨਾ ਮਿਲ ਗਿਆ, ਉਸ ਵੇਲੇ ਤੈਨੂੰ ਇਹ ਤੇਰੀ ਦੇਹ ਪ੍ਰਵਾਨ ਹੋਏਗੀ। ਜਦੋਂ ਆਪਾਂ ਅੰਮ੍ਰਿਤ ਛਕਦੇ ਆ, ਆਪਾਂ ਨੂੰ ਨਿਸ਼ਾਨੀਆਂ ਦਿੱਤੀਆਂ ਜਾਂਦੀਆਂ ਨੇ ਭਾਈ। ਰੋਮਾਂ ਤੋਂ ਇਲਾਵਾ ਬਾਕੀ ਸਾਰੀਆਂ ਨਿਸ਼ਾਨੀਆਂ ਦਿੱਤੀਆਂ ਜਾਂਦੀਆਂ ਨੇ। ਜਿਹੜਾ ਫਿਰ ਨਿਸ਼ਾਨੀਆਂ ਪਾ ਕੇ ਗੁਰਮੁਖ ਬਾਹਰ ਨਿਕਲਦਾ ਤਾਂ ਲੋਕ ਕਹਿੰਦੇ ਨੇ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਸਿੱਖ ਤੁਰਿਆ ਆ ਰਿਹਾ। ਏਦਾਂ ਹੀ ਨਾਮ ਦੀ ਨਿਸ਼ਾਨੀ ਹੈ। ਮੱਥਾ ਚਮਕਣਾ, ਅੱਖਾਂ ਦੇ ਵਿੱਚ ਇੱਕ ਅਜੀਬ ਜੀ ਰੋਸ਼ਨੀ ਆ ਜਾਣੀ, ਜਿਹਨੂੰ ਲੋਕ ਕਹਿੰਦੇ ਨੇ, ਕਹਿੰਦੇ ਬੜਾ ਨਾਮਦਾਰੂ ਦੇ ਨਾਲ ਜੁੜਿਆ ਹੋਇਆ, ਨਾਮ ਦੇ ਨਾਲ ਜੁੜਿਆ ਹੋਇਆ ਜੀਵ ਹੈ। ਸਤਿਗੁਰ ਕਹਿੰਦੇ ਨੇ ਵੀ ਇਹ ਦੁਰਲਭ ਦੇ ਉਦੋਂ ਪ੍ਰਵਾਨ ਹੋਣੀ ਜਦੋਂ ਤੇਰੇ ਉੱਤੇ ਨਿਰੰਕਾਰ ਦੇ ਨਾਮ ਦੀਆਂ ਨਿਸ਼ਾਨੀਆਂ ਲੱਗ ਗਈਆਂ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਪਰਮ ਮਿਟਾਇਆ। ਉਸ ਪ੍ਰੀਤਮ ਵਾਹਿਗੁਰੂ ਦਾ ਸਿਮਰਨ ਕਰਦੇ ਨਾਲ ਪੂਰਨ ਪਦ ਪਾਇਆ। ਪੂਰਨ ਪਦ ਕਹਿੰਦੇ ਨੇ, ਚਾਹੇ ਆਪਾਂ ਗਿਆਨੀ ਕਹਿ ਦਈਏ, ਬ੍ਰਹਮ ਗਿਆਨੀ ਆਖ ਦਈਏ, ਚਾਹੇ ਉਸ ਨੂੰ ਅਬਨਾਸੀ ਆਖ ਦਈਏ, ਉਸ ਤਰ੍ਹਾਂ ਦੇ ਜਿਹੜੇ ਪਦ ਨੇ, ਉਸ ਤਰ੍ਹਾਂ ਦੀਆਂ ਜਿਹੜੀਆਂ ਪਦਵੀਆਂ ਨੇ, ਉਸ ਤਰ੍ਹਾਂ ਦੇ ਜਿਹੜੇ ਨਾਮ ਦੇ ਨਾਲ ਲੱਗੇ ਤਖੱਲਸ ਨੇ, ਉਹ ਫਿਰ ਜੀਵ ਪਾ ਲੈਂਦਾ ਹੈ। ਸਾਧ ਸੰਗ ਪੈ ਪਰਮ ਮਿਟਾਇਆ। ਉਸ ਕਰਕੇ ਅਸੀਂ ਜਦੋਂ ਸਾਧੂ ਸੰਤਾਂ ਦੀ ਸੰਗਤ ਦੇ ਵਿੱਚ, ਗੁਰੂ ਘਰ ਦੀ ਉੱਚੀ ਸੱਚੀ ਸੰਗਤ ਦੇ ਵਿੱਚ ਬੈਠ ਜਾਵਾਂਗੇ, ਉਸ ਵੇਲੇ ਸਾਡੇ ਅੰਦਰ ਦੇ ਸਾਰੇ ਸੰਕਲਪ ਜਿਹੜੇ ਨੇ, ਜਿਹੜੇ ਭਰਮ ਨੇ, ਜਿਹੜੇ ਡਰ ਨੇ, ਉਹ ਸਤਿਗੁਰ ਦੀ ਕਿਰਪਾ ਨਾਲ ਮਿਟ ਜਾਣਗੇ। ਜਤ ਕਤ ਦੇਖੂੰ ਤਤ ਰਿਹਾ ਸਮਾਏ, ਨਾਨਕ ਦਾਸ ਹਰ ਕੀ ਸਰਣਾਏ। ਵਾਹਿਗੁਰੂ ਜੀ ਕਿਰਪਾ ਕਰਦੇ ਨੇ। ਕਹਿੰਦੇ ਜਿਹੜਾ ਫਿਰ ਨਾਮ ਦੇ ਵਿੱਚ ਰੰਗਿਆ ਗਿਆ, ਉਹ ਜਿੱਥੇ ਵੀ ਦੇਖਦਾ, ਉਹ ਕੁਦਰਤ ਦੇਖਦਾ, ਕੁਦਰਤ ਦੇ ਵਿੱਚ ਉਹਨੂੰ ਪਰਮਾਤਮਾ ਹੀ ਦੱਸਦਾ। ਕੁਦਰਤ ਅਕਾਲ ਪੁਰਖ ਦੀ ਸ਼ਕਤੀ ਦੇ ਵਿੱਚ ਉਹਨੂੰ ਹਰ ਜਗ੍ਹਾ ਦੇ ਉੱਤੇ ਪਰਮਾਤਮਾ ਹੀ ਦਿਸਦਾ ਹੈ। ਨਾਨਕ ਦਾਸ ਹਰ ਕੀ ਸਰਣਾਏ। ਜਿਹੜਾ ਇਦਾਂ ਦਾ ਦਾਸ ਹੁੰਦਾ ਬਣ ਜਾਂਦਾ, ਉਹ ਸਦਾ ਹੀ ਨਿਰੰਕਾਰ ਦੀ ਗੋਦੀ ਦੇ ਵਿੱਚ ਜਾ ਕੇ ਬਹਿੰਦਾ ਭਾਈ। ਉਹਨੂੰ ਦਰਗਾਹ ਦੇ ਵਿੱਚ, ਨਿਰੰਕਾਰ ਦੇ ਦਰ ਘਰ ਦੇ ਵਿੱਚ ਉਸ ਨੂੰ ਸਥਾਨ ਪ੍ਰਾਪਤ ਹੋ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ। ਗੁਰੂ ਜੀ ਕੇ ਦਰਸ਼ਨ ਕੌਂਬਲ ਜਾऊं, ਜਪ ਜਪ ਜੀਵਾਂ ਸਤਿਗੁਰ ਨਾਉ। ਗੁਰੂ ਨਿਰੰਕਾਰ ਦੇ ਦਰਸ਼ਨ ਕਰਨ ਦੇ ਨਾਲ ਹੀ ਮੈਂ ਬਲਿਹਾਰੇ ਹੋ ਜਾਣਾ। ਜਦੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਲੀ ਗੱਲ ਫੇਰ ਆ ਗਈ ਹੈ। ਕਹਿੰਦੇ ਜਦੋਂ ਤੂੰ ਦਰਸ਼ਨ ਹੀ ਕਰਦਾ ਨਾ ਮਾਲਕ ਦੀ, ਇਹ ਸਹੀ ਗੱਲ ਹੈ। ਨਾਲੇ ਜਿਹੜਾ ਘਰੋਂ ਧਾਰਨ ਕਰਕੇ ਜਾਂਦਾ, ਕਹਿੰਦਾ ਵੀ ਮੈਂ ਗੁਰਦੁਆਰੇ ਚੱਲਿਆ, ਉੱਥੇ ਮੈਂ ਨਮਸਕਾਰ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਨੂੰ। ਬੜੇ ਜੀਵ ਨੇ ਸੰਸਾਰ ਦੇ ਉੱਤੇ ਜਿਹਨਾਂ ਨੂੰ ਮੈਂ ਜਾਣਦਾ, ਉਹ ਜਿੰਨਾ ਚਿਰ ਮਾਲਕ ਸੱਚੇ ਪਾਤਸ਼ਾਹ ਦੇ ਦਰਸ਼ਨ ਨਹੀਂ ਕਰਦੇ, ਉਹਨਾਂ ਚਿਰ ਮੂੰਹ ਦੇ ਵਿੱਚ ਗਰਾਹੀ ਵੀ ਨਹੀਂ ਪਾਉਂਦੇ। ਉਹ ਕਹਿੰਦੇ ਨਹੀਂ, ਪਹਿਲਾਂ ਮੈਂ ਆਪਣੇ ਪ੍ਰੀਤਮ ਦੇ ਦਰਸ਼ਨ ਕਰਨੇ ਨੇ, ਫੇਰ ਆਣ ਕੇ ਅਨ ਭੋਜਨ ਛਕਾਂਗੇ ਆਣ ਕੇ। ਇਸੇ ਕਰਕੇ ਗੁਰੂ ਜੀ ਕਹਿੰਦੇ ਨੇ ਕਿ ਇਸੇ ਤਰ੍ਹਾਂ ਦੀ ਤੇਰੀ ਬਿਰਤੀ ਬਣ ਜਾਣੀ ਚਾਹੀਦੀ ਹੈ ਸੰਸਾਰ ਦੇ ਜੀਵਾ, ਕਿ ਗੁਰੂ ਜੀ ਦੇ ਦਰਸ਼ਨ ਕੋ ਬਲ ਜਾऊं, ਕਦੇ ਬਲਿਹਾਰੇ ਜਮ ਮੈਂ ਨਿਰੰਕਾਰ ਦੇ ਦਰਸ਼ਨਾਂ ਦੇ ਉੱਪਰੋਂ ਜਪ ਜਪ ਜੀਵਾਂ ਸਤਿਗੁਰ ਨਾਉ। ਮੈਂ ਪ੍ਰੀਤਮ ਵਾਹਿਗੁਰੂ ਦਾ ਨਾਮ ਅਰਾਧ ਰਾਧ ਕੇ ਇਦੂ ਸੰਸਾਰ ਦੇ ਉੱਤੇ ਜਿਉਂਦਾ ਰਹਾ। ਪਾਰ ਬ੍ਰਹਮ ਪੂਰਨ ਗੁਰਦੇਵ, ਕਰ ਕਿਰਪਾ ਲਾਗੂ ਤੇਰੀ ਸੇਵ। ਉਹ ਪਾਰ ਬ੍ਰਹਮ ਸਭ ਤੋਂ ਵੱਡਾ ਨਿਰੰਕਾਰ, ਸਭ ਨੂੰ ਪ੍ਰਕਾਸ਼ ਦੇਣ ਵਾਲਾ ਗੁਰਦੇਵ ਜਿਹੜਾ ਹੈ, ਕਹਿੰਦੇ ਕਰ ਕਿਰਪਾ ਲਾਗੂ ਤੇਰੀ ਸੇ, ਮੇਰੇ ਉੱਤੇ ਕਿਰਪਾ ਕਰੋ ਮੇਰੇ ਵਾਹਿਗੁਰੂ ਜੀਓ। हे ਮੇਰੇ ਪੂਰਨ ਗੁਰਦੇਵ, ਮੇਰੇ ਤੇ ਕਿਰਪਾ ਕਰੋ, ਮੈਂ ਤੇਰੀ ਸੇਵਾ ਦੇ ਵਿੱਚ ਸਦਾ ਲੱਗਾ ਰਹਾ। ਰਹਾਉ
ਚਰਨ ਕਮਲ ਹਿਰਦੇ ਉਰ ਤਾਰੀ ਮਨ ਤਨ ਤਨ ਗੁਰ ਪ੍ਰਾਣ ਆਧਾਰੀ। ਜਿਸ ਵੇਲੇ ਸਤਿਗੁਰ ਦਾ ਸ਼ਬਦ ਹਿਰਦੇ ਦੇ ਵਿੱਚ ਟਿਕ ਜਾਂਦਾ ਹੈ, ਚਰਨ ਕਮਲ ਫਿਰ ਸ਼ਬਦ ਆ ਗਿਆ, ਕਹਿੰਦੇ ਜਿਸ ਵੇਲੇ ਹਿਰਦੇ ਦੇ ਵਿੱਚ ਟਿਕ ਜਾਂਦਾ ਹੈ ਤੇ ਹਿਰਦੇ ਦੇ ਵਿੱਚ ਉਸ ਦਾ ਐਨ ਪੂਰਨ ਰੂਪ ਦੇ ਉੱਤੇ ਟਿਕਾ ਹੋ ਜਾਂਦਾ, ਮਨ ਨੇ ਉਸ ਨੂੰ ਪਕੜ ਲਿਆ ਤੇ ਆਤਮਾ ਨੇ ਉਹਨੂੰ ਪਕੜ ਲਿਆ, ਚੇਤਨਾ ਨੇ ਪਕੜ ਲਿਆ। ਕਹਿੰਦੇ ਮਨ ਤਨ ਧਨ ਗੁਰ ਪ੍ਰਾਣ ਆਧਾਰੀ, ਕਹਿੰਦੇ ਜਿਹੜਾ ਮਨ ਵੀ ਹੈ, ਤਨ ਵੀ ਹੈ ਔਰ ਧਨ ਵੀ ਹੈ ਤੇ ਜਿਹੜੇ ਮੇਰੇ ਪ੍ਰਾਣ ਨੇ, ਉਹਨਾਂ ਸਾਰਿਆਂ ਦਾ ਆਸਰਾ ਮੇਰਾ ਵਾਹਿਗੁਰੂ ਨਿਰੰਕਾਰ ਆਪ ਹਨ। ਸਫਲ ਜਨਮ ਹੋਵੇ ਪਰਵਾਣ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਤੇਰਾ ਸੰਸਾਰ ਦੇ ਉੱਤੇ ਹੋਇਆ ਇਹ ਜਨਮ ਜਿਹੜਾ ਪ੍ਰਵਾਨ ਹੋ ਜਾਵੇ, ਸਫਲ ਹੋ ਜਾਵੇ, ਉਹ ਵਾਹਿਗੁਰੂ ਨੂੰ ਸੋਹਣਾ ਲੱਗਣਾ ਲੱਗ ਪਵੇ, ਸਤਿਗੁਰ ਸੱਚੇ ਪਾਤਸ਼ਾਹ ਨੂੰ ਇਹ ਤੇਰਾ ਆਇਤ ਤੇ ਕੀਤੀ ਹੋਈ ਬੰਦਗੀ ਪ੍ਰਵਾਨ ਹੋ ਜਾਵੇ। ਗੁਰ ਪਾਰ ਬ੍ਰਹਮ ਨਿਕਟ ਕਰ ਜਾਣ, ਪਰ ਦੇਖੀ ਕਿਤੇ ਗੁਰੂ ਨੂੰ ਦੂਰ ਨਾ ਜਾਣ ਬੈਠੇ, ਉਹਨੂੰ ਆਪਣੇ ਨਾਲ ਦੇਖ, ਹਰ ਵੇਲੇ ਆਪਣੇ ਨਾਲ ਉਹਨੂੰ ਪਹਿਚਾਣ, ਹਰ ਵੇਲੇ ਤੇਰੇ ਨਾਲ ਹੀ, ਤੇਰੇ ਅੰਗ ਸੰਗ ਸਹਾਈ ਰਹਿੰਦਾ ਹੈ। ਸੰਤ ਤੂਰ ਪਾਈਐ ਵੱਡ ਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ। ਕਹਿੰਦੇ ਕਿ ਚਰਨ ਧੂੜ ਪਾਈਏ ਵੱਡ ਭਾਗੀ, ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਵਿਰਤੀ ਬਣਾ ਲਈ, ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਨਾਮ ਦਾ ਟਿਕਾ ਆ ਗਿਆ, ਉਹਨਾਂ ਦੀ ਸੰਗਤ, ਉਹਨਾਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਭੇਖੀ ਤਾਂ ਬਹੁਤ ਤੁਰੇ ਫਿਰਦੇ ਨੇ ਪਰ ਬਖਸ਼ੇ ਹੋਏ ਬਹੁਤ ਘੱਟ ਨੇ, ਉਹਨਾਂ ਦੀ ਧੂੜ ਤਾਂ ਵੱਡੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਤੇ ਕਹਿੰਦੇ ਜਦੋਂ ਉਹਨਾਂ ਦੇ ਵੱਡੇ ਭਾਗਾਂ ਦੇ ਨਾਲ ਤੁਹਾਨੂੰ ਉਹਨਾਂ ਦੀ ਧੂੜ ਭੇਟ ਪ੍ਰਾਪਤ ਹੋ ਗਈ, ਤੁਸੀਂ ਉਹਨਾਂ ਦੇ ਦਾਸ ਬਣ ਗਏ। ਨਿਰੰਕਾਰ ਜੀ ਕਹਿੰਦੇ ਗੁਰ ਭੇਟ ਦਾ ਹਰ ਸਿਉ ਲਿਵ ਲਾਗੇ, ਨਾਨਕ ਗੁਰ ਭੇਟ ਦਾ ਹਰ ਸਿਉ ਲਿਵ ਲਾਗੇ। ਮੈਂ ਫਿਰ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਵਾਂ, ਜਿਨ੍ਹਾਂ ਦੀ ਲਿਵ, ਜਿਨ੍ਹਾਂ ਦਾ ਧਿਆਨ, ਜਿਨ੍ਹਾਂ ਦੀ ਸੁਰਤੀ ਇੱਕ ਟਿਕਾ ਦੇ ਵਿੱਚ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਲੱਗੀ ਹੋਈ ਹੈ। ਅੱਜ ਇੰਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ। ਸੇਵਾ ਕਰਦਿਆਂ ਤੋਂ, ਬਾਣੀ ਪੜ੍ਹਦਿਆਂ ਤੋਂ, ਕਥਾ ਕਰਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਬਖਸ਼ਣ ਦਾ ਕਿਰਪਾ ਕਰਕੇ ਬਖਸ਼ਣਾ। ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।